ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਮੰਦਨ, ਪੰਕਜ ਮੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜੁਨ ਵਿਘਨਨ ਕੇ ਨਾਸ਼ਕ, ਵਿਘਨਨ ਕੇ ਨਾਸ਼ਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦਾਂ ਵਾਰ ਵਾਰ ਜਗਦੀਸ਼, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਨਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰਤਾਰ। ਹਰ ਹਰ ਜਨ ਦੋਇਕ ਹੈ, ਬਿਬ ਵਿਚਾਰ ਕਛ ਨਾਹੀ। ਜਲ ਤੇ ਉਪਜਤ ਰੰਗ ਜਿਉ, ਜਲ ਹੀ ਬਿਖੈ ਸਮਾਹੀ। ਏਕ ਓੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਛੁਟੀ ਮਸੰਦਨ ਤੇ ਸਕਲ, ਸੰਗਤ ਦੇਸ਼ ਵਿਦੇਸ਼। ਅਦਕ ਭਈ ਸਿੱਖੀ ਜਗਤ, ਸ਼ਰਧਾ ਸਹਿਤ ਵਿਸ਼ੇਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਭਗਤ ਵਛਲ ਕਿਰਪਾ ਦੇ ਖਜ਼ਾਨੇ
ਛਤਰ ਚਬਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡੇ ਭਾਗ ਹਨ। ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਵਿਖੇ ਪਿਛਲੇ ਪਹਿਰ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਸਰੀਰ ਸਵਾਸ ਸਫਲੇ ਬਣਾ ਰਹੇ ਹੋ। ਸਤਿਗੁਰਾਂ ਦੀ ਅਪਾਰ ਕਿਰਪਾ ਹੈ, ਸਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸਮਾਂ ਬਖਸ਼ਿਸ਼ ਹੋਇਆ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਪਿਤਾ ਸਵਾਮੀ ਸਤਿਗੁਰਾਂ ਦੇ ਪਾਵਨ ਜੀਵਨ ਇਤਿਹਾਸ ਨੂੰ ਆਪ ਜੀ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਮਹਾਰਾਜਿਆਂ ਨੇ ਬਖਸ਼ਿਸ਼ ਕੀਤੀ ਜਿਸ ਹਿਰਦੇ ਅੰਦਰ ਦਇਆ ਹੁੰਦੀ, ਔਰ ਜਿਹੜਾ ਸਰੀਰ ਪ੍ਰਭੂ ਭਗਤੀ ਵਿੱਚ ਜੁੜ ਜਾਂਦਾ ਹੈ, ਪਰਮੇਸ਼ਰ ਦਾ ਨਾਮ ਲੈਂਦਾ ਹੈ, ਕਹਿਣ ਲੱਗੇ ਪਰਮੇਸ਼ਰ ਦਾ ਨਾਮ ਜਮਾਂ ਦੀ ਫਾਹੀ ਤੋਂ ਦਾ ਛੁਟਕਾਰਾ ਕਰਾ ਦਿੰਦਾ। ਇੱਕ ਸ਼ਿਕਾਰੀ ਸ਼ਿਕਾਰ ਖੇਡਦਿਆਂ ਮਨ ਵਿੱਚ ਵਿਚਾਰ ਵਸੀ, ਜਿੱਥੇ ਆ ਕੇ ਲੋਕ ਭਗਤੀ ਕਰਦੇ ਨੇ, ਇਕਾਂਤ ਵਿੱਚ ਬਹਿੰਦੇ, ਕਹਿਣ ਲੱਗੇ ਮੈਂ ਪੰਛੀਆਂ ਦੀ ਚਹਿਚਹਾਟ ਪਵਾ ਦਿੰਦਾ ਕਰਕੇ, ਇੱਥੇ ਮੈਂ ਆ ਕੇ ਸ਼ਿਕਾਰ ਖੇਡਦਾ, ਇੱਕ ਪਾਸੇ ਲੋਕ ਆ ਕੇ ਇੱਥੇ ਭਗਤੀ ਕਰਦੇ ਇਕਾਂਤਾਂ ਤੇ ਬਹਿ ਕਰਕੇ। ਮਨ ਦੇ ਵਿੱਚ ਵਿਚਾਰ ਆਈ ਵੀ ਅੱਜ ਤੋਂ ਬਾਅਦ ਮੈਂ ਸ਼ਿਕਾਰ ਨਹੀਂ ਖੇਡਾਂਗਾ। ਰਾਜੇ ਦੇ ਕੋਲ ਜਾ ਕਰਕੇ ਪਹਿਲਾਂ ਸਜ਼ਾ ਜਿਹੜੀ ਹੈ ਉਹ ਮੁਕਰਰ ਕਰਾਵਾਂ। ਆਪ ਆ ਕੇ ਉੱਧਰੋਂ ਰਾਜਾ ਅੱਗੋਂ ਆ ਰਿਹਾ, ਗ੍ਰਿਫਤਾਰੀ ਦੇ ਦਿੱਤੀ। ਜਦੋਂ ਰਾਜੇ ਨੇ ਸਖਤ ਸਜ਼ਾ ਦਿੱਤੀ, ਇੱਕ ਦਾਸੀ ਦੇ ਮਨ ਵਿੱਚ ਦਇਆ ਆਈ, ਉਹਨੇ ਛਡਾ ਦਿੱਤਾ, ਆਪਣੇ ਆਪ ਨੂੰ ਬੰਦਵਾ ਲਿਆ। 1 ਮਹੀਨੇ ਬਾਅਦ ਜਦੋਂ ਰਾਜਾ ਵਿਕਰਮਾਜੀਤ ਨੇ ਬੁਲਾਇਆ, ਕਹਿਣ ਲੱਗੇ ਉਸ ਫੰਦਕ ਨੂੰ, ਸ਼ਿਕਾਰੀ ਨੂੰ ਬੁਲਾ ਕੇ ਲੈ ਕੇ ਆਓ, ਪੇਸ਼ ਕੀਤਾ ਜਾਏ ਸਾਡੇ ਸਾਹਮਣੇ। ਦੇਖਿਆ ਔਰਤ ਨੇ ਪੈਸਿਆਂ ਦਾ ਲਾਲਚ ਦੇ ਦਿੱਤਾ ਸੀ ਸਿਪਾਹੀਆਂ ਨੂੰ, ਤੁਸੀਂ ਨਹੀਂ ਕੁਝ ਬੋਲਣਾ। ਜਦੋਂ ਰਾਜੇ ਦੇ ਸਾਹਮਣੇ ਲਿਆਂਦਾ ਗਿਆ, ਉਹਦਾ ਸਰੀਰ ਜਿਹੜਾ ਸੀ ਕਿੱਥੇ, ਤਾਂ ਫੜਿਆ ਤਾਂ ਸ਼ਿਕਾਰੀ ਸੀ, ਉਹ ਤਾਂ ਔਰਤ ਨਜ਼ਰ ਆ ਰਹੀ ਹੈ। ਪੁੱਛਿਆ ਵੀ ਤੂੰ ਕੌਣ ਹੈ, ਤੇਰਾ ਸਰੀਰ ਕਿਵੇਂ ਚੇਂਜ ਹੋ ਗਿਆ ਹੈ, ਕਿਵੇਂ ਬਦਲਾ ਆ ਗਿਆ? ਕਹਿਣ ਲੱਗੀ ਤੇਰਾ ਅੰਨ ਤੂੰ ਪਾਪੀ ਹੈ, ਮੈਂ ਤੇਰੇ ਘਰ ਦਾ ਅੰਨ ਖਾਧਾ ਹੈ, ਉਹ ਤੇਰੇ ਘਰ ਦਾ ਅੰਨ ਖਾਣ ਕਰਕੇ ਮੇਰਾ ਸਰੀਰ ਬਦਲ ਗਿਆ। ਮੈਨੂੰ ਤਾਂ ਉਹ ਜਿਹਾ ਸਰੀਰ ਚਾਹੀਦਾ ਹੈ ਆਦਮੀਆਂ ਵਾਲਾ, ਕਿਉਂਕਿ ਪਹਿਲਾਂ ਮੈਂ ਆਦਮੀ ਸੀ। ਰਾਜੇ ਦੇ ਮਨ ਵਿੱਚ ਬੈਰਾਗ ਆਇਆ, ਜੰਗਲ ਵਿੱਚ ਤਪੱਸਿਆ ਕਰਨ ਵਾਸਤੇ ਚਲਿਆ ਗਿਆ। ਉਸੇ ਫੰਦਕ ਨੂੰ ਜਿਹੜਾ ਤਪੱਸਿਆ ਕਰ ਰਿਹਾ ਉਹਨੂੰ ਫੜ ਕੇ ਲਿਆ ਕੇ ਆਪਣਾ ਗੁਰੂ ਬਣਾ ਦਿੱਤਾ। ਆਪਣੇ ਤਖਤ ਤੇ ਬਿਠਾ ਕੇ ਆਪ ਚਲਿਆ ਗਿਆ ਭਗਤੀ ਕਰਨ ਵਾਸਤੇ। ਔਰ ਉਸ ਸ਼ਿਕਾਰੀ ਨੇ ਦੇਖਿਆ ਵੀ ਇਹ ਮੇਰੇ ਤੇ ਦਇਆ ਤਾਂ ਔਰਤ ਨੇ ਕੀਤੀ ਸੀ, ਉਹਨੇ ਰਾਜ ਭਾਗ ਜਿਹੜਾ ਔਰਤ ਨੂੰ ਸੰਭਾਲ ਦਿੱਤਾ। ਔਰਤ ਕਹਿਣ ਲੱਗੀ ਵੀ ਜਾ ਕੇ ਭਗਵਾਨ ਨੂੰ ਲੱਭ ਕੇ ਲਿਆਓ। ਭਗਵਾਨ ਦੇ ਪਿਆਰੇ ਫਿਰ ਜੋਗੀ ਗੋਰਖਨਾਥ ਅਤੇ ਮਛੰਦਰਨਾਥ ਆਏ, ਉਹਨਾਂ ਨੇ ਸਾਰੀ ਜਿਹੜੀ ਸੱਚਾਈ ਸੀ ਉਹ ਦੱਸੀ। ਪ੍ਰਭੂ ਦੀ ਭਗਤੀ ਜਿਹੜੀ ਹੈ, ਭਗਤੀ ਦੇ ਵਿੱਚ ਐਡਾ ਵੱਡਾ ਸੁੱਖ ਹੈ। ਹਿਰਦੇ ਅੰਦਰ ਦਇਆ ਪੈਦਾ ਹੁੰਦੀ, ਜਿਹੜਾ ਪ੍ਰਭੂ ਦੀ ਭਗਤੀ ਨਾਲ ਜੁੜਦਾ ਹੈ, ਔਰ ਭਗਤੀ ਕਰਦਿਆਂ ਕਰਦਿਆਂ ਉਹਦਾ ਜੀਵਨ ਜਿਹੜਾ ਹੈ ਜਮਾਂ ਦੀ ਫਾਹੀ ਤੋਂ ਬਚ ਜਾਂਦਾ ਹੈ, ਆਵਾ ਗਾਉਣ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ। ਸੱਚ ਦੀ ਵਿਚਾਰ ਸਤਿਗੁਰੂ ਜੀ ਸੰਗਤਾਂ ਨੂੰ ਸਰਵਣ ਕਰਾਉਂਦੇ। ਅੱਗੇ ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਆਓ ਸਾਧ ਸੰਗਤ, ਜਿਉਂ ਬੁਲਾਵੈ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਰਸਨਾ ਔਰ ਮੁਖ ਦੀ ਪਵਿੱਤਰਤਾ ਲਈ ਆਖਣਾ ਕਰੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਛੁਟੀ ਮਸੰਦਨ ਤੇ ਸਕਲ ਸੰਗਤ ਦੇਸ਼ ਵਿਦੇਸ਼। ਪਹਿਲਾ
ਮਸੰਦ ਪ੍ਰਥਾ ਦਾ ਆਗਾਜ਼ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀਆਂ ਨੇ ਕੀਤਾ। ਮਸੰਦ ਪ੍ਰਥਾ ਪ੍ਰਚਲਿਤ ਕੀਤੀ। ਦੂਰ ਦੁਰਾਡੇ ਜਾ ਕਰਕੇ ਮਸੰਦਾਂ ਨੇ ਪ੍ਰਚਾਰ ਕਰਨਾ। ਸੰਗਤਾਂ ਦੇ ਪਾਸੋਂ ਦਸਵੰਧ ਦੀ ਮਾਇਆ ਉਗਰਾ ਕਰਕੇ ਗੁਰੂ ਘਰ ਵਿਖੇ ਲਿਆ ਕੇ ਭੇਟ ਕਰਨੀ ਔਰ ਸੰਗਤਾਂ ਨੂੰ ਪ੍ਰੇਰ ਕੇ ਲੈ ਕਰਕੇ ਆਉਣਾ। ਹੌਲੀ ਹੌਲੀ ਮਸੰਦ ਜਿਹੜੇ ਸਨ ਦਸਵੰਧ ਦੀ ਮਾਇਆ ਆਪਣੇ ਕੋਲ ਰੱਖਣ ਲੱਗ ਪਏ। ਮਸੰਦ ਵੀ ਵਿਚਾਰੀ ਹੋ ਗਏ। ਬਿਰਤੀ ਜਿਹੜੀ ਸੀ ਹੰਕਾਰੀ ਬਣ ਗਈ। ਪਿੱਛੇ ਜਦੋਂ ਮਹਾਰਾਜ ਜੀਆਂ ਨੇ ਮਸੰਦਾਂ ਨੂੰ ਸਜ਼ਾ ਦਿੱਤੀ, ਆਪ ਜੀ ਨੇ ਪ੍ਰਸੰਗ ਸੁਣਿਆ ਮਸੰਦਾਂ ਦਾ ਕਿੰਨਾ ਅਤਿਆਚਾਰ ਸੀ। ਸੰਗਤਾਂ ਗਰੀਬਾਂ ਤੇ ਜਾ ਕੇ ਅਤਿਆਚਾਰ ਕਰਦੇ, ਉਹਨਾਂ ਤੋਂ ਜ਼ਬਰਦਸਤੀ ਉਗਰਾਹੀ ਲੈਣੀ, ਫਿਰ ਉਹਨਾਂ ਦੀ ਕੁੱਟਮਾਰ ਕਰਾਉਣੀ, ਆਪਣੇ ਪਾਸ ਵਿਅਕਤੀ ਰੱਖ ਲੈਣੇ, ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ ਮਸੰਦ। ਫਿਰ ਸਤਿਗੁਰਾਂ ਨੇ ਨਾ ਮਸੰਦਾਂ ਨੂੰ ਸਜ਼ਾ ਦਿੱਤੀ। ਹੁਣ ਸੰਗਤ ਜਿਹੜੀ ਹੈ ਮਸੰਦਾਂ ਤੋਂ ਮਹਾਰਾਜ ਜੀਆਂ ਨੇ ਸੰਗਤ ਦਾ ਛੁਟਕਾਰਾ ਜਿਹੜਾ ਸੀ ਕਰਾ ਦਿੱਤਾ। ਮਹਾਰਾਜ ਜੀਆਂ ਨੇ ਕਹਿ ਦਿੱਤਾ ਕਿ ਸੰਗਤ ਆਪ ਆਪਣੀ ਮਾਇਆ ਦਸਵੰਧ ਦੀ ਮਾਇਆ ਆਪ ਆ ਕਰਕੇ ਭੇਟ ਕਰੇ। ਦੂਰੋਂ ਦੂਰੋਂ ਚੱਲ ਕੇ ਸੰਗਤ ਆਉਂਦੀ ਹੈ। ਜਦੋਂ ਤੋਂ ਮਸੰਦਾਂ ਦੇ ਪਾਸੋਂ ਸੰਗਤ ਦਾ ਛੁਟਕਾਰਾ ਹੋਇਆ ਹੈ, ਅਧਿਕ ਭਈ ਸਿੱਖੀ ਜਗਤ ਸ਼ਰਤ ਸਹਿਤ ਵਿਸ਼ੇਸ਼। ਸਿੱਧਾ ਨਾਤਾ ਹੋ ਗਿਆ ਗੁਰੂ ਘਰ ਦੇ ਨਾਲ। ਸਤਿਗੁਰਾਂ ਦੇ ਪਾਸ ਹੁਣ ਸੰਗਤ ਆਉਂਦੀ, ਮਹਾਰਾਜ ਜੀਆਂ ਦੇ ਦਰਸ਼ਨ ਕਰਦੀ। ਦੇਸ਼ਾਂ ਪ੍ਰਦੇਸ਼ਾਂ ਤੋਂ ਦੂਰੋਂ ਦੁਰਾਡਿਓਂ ਬਹੁਤ ਸਾਰੀ ਸੰਗਤ ਮਹਾਰਾਜ ਜੀਆਂ ਦੇ ਹਜ਼ੂਰ ਚੱਲ ਕਰਕੇ ਆਉਂਦੀ ਹੈ। ਚੌਪਈ ਆਪ ਕਾਰ ਸੰਗਤ ਲੈ ਆਵੇ। ਹੁਣ ਸੰਗਤ ਦਸਵੰਧ ਦੀ ਮਾਇਆ ਆਪ ਲੈ ਕਰਕੇ ਮਹਾਰਾਜ ਜੀਆਂ ਦੇ ਹਜ਼ੂਰ ਭੇਟ ਕਰਦੀ ਹੈ। ਭਾਂਤ ਭਾਂਤ ਕੀ ਭੇਟ ਚੜਾਵੇ। ਔਰ ਭਾਂਤ ਭਾਂਤ ਦੀਆਂ ਭੇਟਾਵਾਂ ਲੈ ਕਰਕੇ ਬਹੁ ਮੁੱਲੀਆਂ ਵੱਖ ਵੱਖ ਤਰ੍ਹਾਂ ਦੀਆਂ ਸੁੰਦਰ ਭੇਟਾਵਾਂ ਗੁਰੂ ਸਾਹਿਬ ਜੀ ਦੀ ਖੁਸ਼ੀ ਲੈਣ ਵਾਸਤੇ ਆ ਕੇ ਭੇਟ ਕਰਦੇ ਹਨ। ਆਨਗਨ ਤਨ ਤੂਖਨ ਅਰਪੰਤੇ। ਬਹੁਤ ਸਾਰਾ ਧਨ ਗਹਿਣੇ ਆਦਿ ਤੇ ਮਹਾਰਾਜ ਜੀਆਂ ਦੇ ਵਾਸਤੇ ਕੋਈ ਸ਼ਾਸਤਰ ਤਿਆਰ ਕਰਵਾਉਂਦਾ ਹੈ, ਕੋਈ ਮਹਾਰਾਜ ਜੀਆਂ ਦੇ ਵਾਸਤੇ ਸੁੰਦਰ ਗਹਿਣੇ ਆਦਿ ਤਿਆਰ ਕਰਵਾਉਂਦਾ ਹੈ। ਬਹੁਤ ਮੋਲ ਕੇ ਬਸਤਰ ਸਬੰਤੇ। ਬਹੁ ਮੁੱਲੇ ਬਸਤਰ ਗੁਰੂ ਸਾਹਿਬ ਜੀ ਦੇ ਵਾਸਤੇ। ਕਿੰਨਾ ਸੁੰਦਰ ਤੰਬੂ 2.5 ਲੱਖ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋਇਆ, ਜਿਹਨੂੰ ਦੇਖ ਕੇ ਭੀਮ ਚੰਦ ਵਰਗਿਆਂ ਦੇ ਹੌਲ ਪੈਂਦੇ ਸਨ। ਇਹੋ ਜਿਹਾ ਤੰਬੂ ਤਾਂ ਨੌਰੰਗੇ ਦੇ ਦਰਬਾਰ ਵਿੱਚ ਵੀ ਨਹੀਂ ਹੈ, ਜਿਸ ਤੰਬੂ ਦੇ ਹੇਠ ਕਲਗੀਧਰ ਸਤਿਗੁਰੂ ਸਵਾਮੀ ਜੀ ਬੈਠਦੇ ਹਨ। ਰਾਜਾ ਰਤਨ ਰਾਏ ਅਸਾਮ ਤੋਂ ਚੱਲ ਕਰਕੇ ਬਹੁ ਮੁੱਲੀਆਂ ਭੇਟਾਵਾਂ ਲੈ ਕਰਕੇ ਆਇਆ। ਪ੍ਰਸਾਦੀ ਹਾਥੀ ਆਪਣੇ ਇਲਾਕੇ ਦੇ ਵਿੱਚ ਉਹਨੇ ਖੋਜ ਕੀਤੀ, ਬੜਾ ਸੁੰਦਰ ਇਹ ਪ੍ਰਸਾਦੀ ਹਾਥੀ ਮਹਾਰਾਜ ਜੀਆਂ ਦੇ ਹਜ਼ੂਰ ਲਿਆ ਕੇ ਭੇਟ ਕੀਤਾ। ਪੰਜ ਕਲਾ ਸ਼ਾਸਤਰ, ਸੁੰਦਰ ਚੌਂਕੀ, ਇਹੋ ਜਿਹੇ ਵਸਤੂਆਂ ਜਿਹੜੀਆਂ ਸਨ ਦੇਖ ਕੇ ਇਹ ਪਹਾੜੀ ਰਾਜੇ ਜਿਹੜੇ ਸਨ ਇਹਨਾਂ ਦੇ ਮਨ ਵਿੱਚ ਹੌਲ ਪੈਂਦੇ ਸਨ। ਜਦੋਂ ਸੰਗਤਾਂ ਇਉਂ ਬਹੁ ਮੁੱਲੀਆਂ ਭੇਟਾਵਾਂ ਲਿਆ ਕੇ ਸਤਿਗੁਰਾਂ ਦੇ ਹਜ਼ੂਰ ਭੇਟ ਕਰਦੀਆਂ ਹਨ। ਜ਼ਰੀ ਬਾਦਲ ਕੇ ਬੜ ਥਾਨ। ਵੱਡੇ ਵੱਡੇ ਜਰੀਦਾਰ ਥਾਨ, ਬਹੁਤ ਸੁੰਦਰ ਕਢਾਈ ਤਿੱਲੇ ਦੀ ਕੱਢੀ ਹੋਈ ਜਰੀਦਾਰ ਵਸਤਰ ਗੁਰੂ ਸਾਹਿਬ ਜੀ ਦੇ ਵਾਸਤੇ, ਮਾਤਾਵਾਂ ਦੇ ਵਾਸਤੇ ਤਿਆਰ ਕਰਕੇ ਲੈ ਕੇ ਆਉਂਦੇ ਹਨ। ਲਿਆਏ ਰੇਸ਼ਮੀ ਰੰਗ ਮਹਾਨ। ਰੇਸ਼ਮ ਦੇ ਵਸਤਰ ਬਹੁ ਰੰਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸੁੰਦਰ ਰੁਮਾਲਾ ਸਾਹਿਬ ਚੜ੍ਹਦੇ। ਸ੍ਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੁੰਦਰ ਰੁਮਾਲਾ, ਬਹੁ ਮੁੱਲਾ ਰੁਮਾਲਾ ਚੜ੍ਹਦਾ। ਭਾਵਨਾ ਹੁੰਦੀ ਗੁਰਸਿੱਖਾਂ ਦੀ ਲਿਆ ਕੇ ਭੇਟ ਕਰਨੀ। ਆ ਕਰਕੇ ਸੰਗਤਾਂ ਮਹਾਰਾਜ ਜੀਆਂ ਦੇ ਵਾਸਤੇ ਇਉਂ ਵਸਤਰ ਸ਼ਾਸਤਰ ਭੇਟਾਵਾਂ ਲਿਆ ਕੇ ਭੇਟ ਕਰਦੇ ਹਨ। ਅਨਕ ਰੀਤ ਕੇ ਮਸਰੂ ਆਵੇ।
ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਸੰਗਤਾਂ ਲੈ ਕੇ ਆਉਂਦੀਆਂ ਹਨ। ਪਸ਼ਮੰਬਰ ਕਸ਼ਮੀਰੀ ਲਿਆਵੇ। ਪਸ਼ਮੀਨੇ ਵਸਤਰ ਹਨ, ਕਸ਼ਮੀਰ ਤੋਂ ਸੰਗਤ ਚੱਲ ਕਰਕੇ ਆਉਂਦੀ ਰੇਸ਼ਮ ਦੇ ਪਸ਼ਮੀਨੇ ਵਸਤਰ ਮਹਾਰਾਜਿਆਂ ਦੇ ਵਾਸਤੇ ਲੈ ਕੇ ਆਉਂਦੇ ਹਨ। ਖੀਨ ਖਾਬ ਕੇ ਥਾਨ ਕਨੇਰੇ। ਔਰ ਬੜੇ ਸੁੰਦਰ ਥਾਨ ਸੰਗਤਾਂ ਤਿਆਰ ਕਰਾ ਕੇ ਲੈ ਕੇ ਆਉਂਦੀਆਂ ਹਨ। ਸੂਖਮ ਅੰਬਰ ਮੋਲ ਵਡੇਰੇ। ਸੂਖਸ਼ਮ ਵਸਤਰ ਗਰਮੀਆਂ ਦੇ ਵਾਸਤੇ ਔਰ ਸਰਦੀਆਂ ਦੇ ਵਾਸਤੇ। ਇਸ ਤਰ੍ਹਾਂ ਵੱਡੇ ਵੱਡੇ ਥਾਨ ਜਿਹੜੇ ਹਨ ਗੁਰੂ ਸਾਹਿਬ ਜੀ ਦੇ ਵਾਸਤੇ ਆਉਂਦੇ ਹਨ। ਜਿਸ ਜਿਸ ਦੇਸ਼ ਵਸਤ ਸ਼ੁਭ ਹੋਏ। ਜਿਸ ਜਿਸ ਇਲਾਕੇ ਦੇ ਵਿੱਚ ਜਿਸ ਜਿਸ ਦੇਸ਼ ਦੇ ਵਿੱਚ ਸੁੰਦਰ ਸੁੰਦਰ ਵਸਤੂਆਂ ਹੁੰਦੀਆਂ ਹਨ। ਕਰਹਿ ਪ੍ਰੇਮ ਸਿੱਖ ਆਨਹਿ ਸੋਏ। ਬੜੇ ਪ੍ਰੇਮ ਦੇ ਨਾਲ ਸਿੱਖ ਲੈ ਕਰਕੇ ਆਉਂਦੇ ਹਨ। ਯੁਤ ਮੇਰੇ ਜਪਤਾ ਪੂਜਾ ਕਰੈ। ਇਸ ਤਰ੍ਹਾਂ ਮਰਿਆਦਾ ਸਹਿਤ, ਕਿਉਂਕਿ ਮਰਿਆਦਾ ਪੁਰਸ਼ੋਤਮ ਹਨ ਸਤਿਗੁਰੂ ਜੀ। ਮਰਿਆਦਾ ਸਹਿਤ ਸੰਗਤਾਂ ਕੇ ਮਹਾਰਾਜਿਆਂ ਦੇ ਹਜ਼ੂਰ ਭੇਟ ਕਰਦੇ ਹਨ। ਅਰਪ ਅਰਪ ਕਰ ਗੁਰਮੁਦ ਭਰੈ। ਔਰ ਸਤਿਗੁਰਾਂ ਦੇ ਹਜ਼ੂਰ ਭੇਟਾਵਾਂ ਭੇਟ ਕਰਕੇ ਅਰਪਣ ਕਰਕੇ ਖੁਸ਼ੀ ਮਹਿਸੂਸ ਕਰਦੀਆਂ, ਸੁਖ ਪ੍ਰਾਪਤ ਕਰਦੀਆਂ ਹਨ। ਵਾਸੀ ਵਾਸੀ ਕੇ ਇਕ ਥਾਏ। ਔਰ ਜਿੱਥੇ ਜਿੱਥੇ ਸੰਗਤ ਵਸਦੀ ਹੈ ਦੂਰ ਦੁਰਾਡਿਓਂ ਚੱਲ ਕਰਕੇ ਸਹਿਤ ਤਿਹਾਵਲ ਦੇਗ ਬਨਾਏ। ਜਿੱਥੇ ਵਸਤੂਆਂ ਲਿਆ ਕਰਕੇ ਮਹਾਰਾਜਿਆਂ ਦੇ ਹਜ਼ੂਰ ਭੇਟ ਕਰਦੇ ਉੱਥੇ ਸਤਿਗੁਰਾਂ ਦੇ ਸਨਮੁਖ ਕੜਾਹ ਪ੍ਰਸ਼ਾਦ ਦੀ ਦੇਗ ਵੀ ਤਿਆਰ ਕਰਕੇ ਲੈ ਕੇ ਆਉਂਦੇ ਹਨ। ਨਿਜ ਨਿਜ ਡੇਰੇ ਭਜਨ ਕਰਨ ਤੇ। ਆਪੋ ਆਪਣੇ ਡੇਰਿਆਂ ਵਿੱਚ ਨੇੜੇ ਤੇੜੇ ਡੇਰੇ ਸੰਗਤਾਂ ਆ ਕਰਕੇ ਤੰਬੂ ਲੱਗ ਜਾਂਦੇ ਜਿੱਥੇ ਵਿਸ਼ਰਾਮ ਕਰਦੀਆਂ ਸੰਗਤਾਂ। ਹੋਲੇ ਮਹੱਲੇ ਤੇ ਅੱਜ ਵੀ ਉਸੇ ਤਰ੍ਹਾਂ ਸੰਗਤਾਂ ਦੂਰ ਦੂਰ ਤੱਕ ਸੰਗਤ ਡੇਰੇ ਲਾ ਕਰਕੇ ਬੈਠੀ ਹੁੰਦੀ ਜਦੋਂ 10 ਦਿਨ ਦਾ ਇਹ ਸਮਾਗਮ ਹੋਲਾ ਮਹੱਲਾ ਚੱਲਦਾ। ਇਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੂਰ ਦੂਰ ਤੱਕ ਸੰਗਤਾਂ ਡੇਰੇ ਲਾ ਕਰਕੇ 2 ਵੇਲੇ ਸਤਿਗੁਰਾਂ ਦੇ ਦਰਸ਼ਨ ਕਰਨੇ। ਸਵੇਰੇ ਸ਼ਾਮ ਦੀਵਾਨ ਵਿੱਚ ਆਉਣਾ, ਹਾਜ਼ਰੀ ਭਰਨੀ ਔਰ ਦਿਨ ਵੇਲੇ ਸੇਵਾ ਕਰਨੀ। ਕਿਉਂ ਫਿਰ ਆਪਣੇ ਡੇਰੇ ਦੇ ਵਿੱਚ ਜਾ ਕਰਕੇ ਵਿਸ਼ਰਾਮ ਕਰਦੇ ਹਨ। ਸਿੱਖਿਆ ਸੋ ਸਿੱਖ ਪ੍ਰੇਮ ਧਰਮ ਤੇ। ਇੱਕ ਦੂਜੇ ਨਾਲ ਪ੍ਰੇਮ ਭਾਵਨਾ ਦੇ ਨਾਲ ਵਿਚਰਨਾ। ਇੱਕ ਗੁਰਸਿੱਖ ਦੂਸਰੇ ਨਾਲ ਪ੍ਰੇਮ ਸਹਿਤ ਰਹਿੰਦੇ ਹਨ। ਮਿਲ ਮਿਲ ਉਪਜਤ ਅਧਿਕ ਆਨੰਦ। ਮਿਲ ਮਿਲ ਕੇ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ। ਗੁਰਸਿੱਖਾਂ ਦੇ ਮਨ ਵਿੱਚ ਇਹੋ ਜਿਹਾ ਪਿਆਰ, ਮਿੱਤਾਂ ਪੁੱਤਾਂ ਭਾਈਆਂ ਵਰਗਾ ਪਿਆਰ ਮਿਲ ਕੇ ਆਨੰਦ ਹਿਰਦੇ ਅੰਦਰ ਪੈਦਾ ਹੁੰਦਾ। ਜੋੜ ਮੇਲ ਹੁੰਦਾ ਜਦੋਂ ਸੰਗਤਾਂ ਇਕੱਠ ਹੁੰਦਾ, ਮਿਲ ਕਰਕੇ ਮਨ ਵਿੱਚ ਖੁਸ਼ੀ ਹੁੰਦੀ, ਚਾਉ ਪੈਦਾ ਹੁੰਦਾ। ਸੰਗਤ ਆਏਗੀ, ਭਾਰੀ ਇਕੱਠ ਹੋਏਗਾ, ਸੰਗਤ ਦੀ ਸੇਵਾ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ। ਜੀਵ ਭਰਾਤਾ ਸੰਗ ਭਰਾਤਾ ਧਰਮ ਤੇ। ਜਿਵੇਂ ਭਾਈ ਨੂੰ ਭਾਈ ਮਿਲਦਾ ਹੈ ਇਸ ਤਰ੍ਹਾਂ ਗੁਰਸਿੱਖ ਗੁਰ ਭਾਈ ਆ ਕਰਕੇ ਮਿਲਦੇ ਹਨ। ਭਇਓ ਖਾਲਸਾ ਸ਼ਸਤਰਨ ਤਹਾਰੀ। ਔਰ ਸ਼ਸਤਰ ਧਾਰੀ ਹੈ ਸਤਿਗੁਰਾਂ ਦਾ ਖਾਲਸਾ। ਕਿਉਂਕਿ ਮਹਾਰਾਜਿਆਂ ਨੇ ਹੁਕਮ ਕੀਤਾ ਹੈ। ਸੰਗਤਾਂ ਆ ਕੇ ਬੇਨਤੀਆਂ ਕਰਦੀਆਂ ਸੀ, ਮਹਾਰਾਜ ਰਸਤੇ ਦੇ ਵਿੱਚ ਨਗਰ ਜਿਹੜੇ ਆਉਂਦੇ ਡੋਗਰ ਗੁੱਜਰ ਰੰਘੜ ਜਿਹੜੇ ਸੀ ਉਹ ਲੁੱਟ ਲੈਂਦੇ ਸੀ ਦਸਵੰਧ ਦੀ ਮਾਇਆ। ਮਹਾਰਾਜਿਆਂ ਨੇ ਕਿਹਾ ਭਾਈ ਸ਼ਸਤਰ ਧਾਰਨ ਕਰੋ। ਜੇ ਤੁਹਾਡੇ ਕੋਲ ਸ਼ਸਤਰ ਹੋਣਗੇ ਫਿਰ ਦੁਸ਼ਮਣ ਤੁਹਾਡੇ ਨੇੜੇ ਨਹੀਂ ਆਏਗਾ, ਡਰੇਗਾ, ਭੈ ਮੰਨੇਗਾ। ਇਸ ਕਰਕੇ ਸੰਗਤਾਂ ਨੇ ਫਿਰ ਮਹਾਰਾਜਿਆਂ ਦੇ ਬਚਨ ਮੰਨਦਿਆਂ ਸ਼ਸਤਰ ਧਾਰਨ ਕੀਤੇ। ਤਿਆਰ ਬਰ ਤਿਆਰ ਖਾਲਸਾ ਫੌਜਾਂ ਸ਼ਸਤਰ ਧਾਰਨ ਕਰਕੇ ਮਹਾਰਾਜਿਆਂ ਦੇ ਹਜ਼ੂਰ ਆਉਂਦੇ ਹਨ। ਪੂਜਾ ਮੇਲੇ ਪਰ ਹੋਏ ਭਾਰੀ। ਔਰ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਰਮੇਸ਼ਰ ਦੀ ਮਹਿਮਾ, ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਮਹਿਮਾ ਪ੍ਰਤਾਪ ਹੁੰਦਾ ਹੈ। ਇੱਕ ਦਿਨ ਸਿੰਘ ਸਮਤ ਕੇ ਧਾਰੀ।
ਸਾਰੇ ਗੁਰਸਿੱਖ ਆਪਸ ਦੇ ਵਿੱਚ ਇੱਕ ਦਿਨ ਮਿਲ ਕੇ ਵਿਚਾਰ ਕਰਦੇ ਹਨ। ਬੈਠ ਪਰਸਪਰ ਕਿਰਿਆ ਉਚਾਰੀ, ਬੈਠਿਆਂ ਗੁਰਸਿੱਖਾਂ ਨੇ ਵਿਚਾਰ ਕੀਤੀ ਹੈ। ਸਤਿਗੁਰ ਕੋ ਦਰਸ਼ਨ ਅਤ ਸੋਹਤ, ਸਤਿਗੁਰਾਂ ਦੇ ਪਵਿੱਤਰ ਦਰਸ਼ਨ ਅਤ ਸੋਭਨੀਕ ਹਨ। ਗੁਰ ਕਾ ਦਰਸ਼ਨ ਦੇਖ ਦੇਖ ਜੀਵ, ਦਰਸ਼ਨ ਦੇਖਤ ਦੋਖ ਨਸੇ। ਸਤਿਗੁਰਾਂ ਦੇ ਦਰਸ਼ਨ ਦੇਖਦਿਆਂ ਦੁੱਖ ਦੂਰ ਹੋ ਜਾਂਦੇ ਹਨ। ਇਸ ਕਰਕੇ ਸਤਿਗੁਰਾਂ ਦੇ ਦਰਸ਼ਨ ਕਿੰਨੇ ਸੁੰਦਰ ਦਰਸ਼ਨ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ। ਔਰ ਸਤਿਗੁਰੂ ਜੀ ਸਭਨਾਂ ਦੀ ਭਾਵਨਾ ਪੂਰੀ ਕਰਦੇ। ਸਤਿਗੁਰਾਂ ਦੇ ਦਰਸ਼ਨ ਕੀਤਿਆਂ ਦਰਿਦਰ ਦੂਰ ਹੁੰਦਾ ਹੈ, ਗਰੀਬੀ ਕੱਟੀ ਜਾਂਦੀ ਹੈ। ਕਿਉਂ ਗੁਰਸਿੱਖ ਵਿਚਾਰ ਕਰਦੇ ਹਨ। ਦੇਖਣ ਕਰੇ ਸਭਨ ਮਨ ਮੋਹਤ, ਔਰ ਜਿਹੜਾ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ ਸਭਨਾਂ ਦਾ ਮਨ ਮੋਹਿਆ ਜਾਂਦਾ ਹੈ। ਮੋਹਨ ਮੋਹਿ ਲਿਆ ਮਨ ਮੇਰਾ, ਕਿਉਂਕਿ ਸਭਨਾਂ ਨੂੰ ਮੋਹ ਲੈਣ ਵਾਲੇ ਹਨ ਸਤਿਗੁਰਾਂ ਦੇ ਦਰਸ਼ਨ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਜਿਨ੍ਹਾਂ ਤੇ ਕਿਰਪਾ ਭਰੀ ਦ੍ਰਿਸ਼ਟੀ ਹੁੰਦੀ ਸਤਿਗੁਰਾਂ ਦੀ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਹਿਰਦਾ ਨਿਹਾਲ ਕਰ ਦਿੰਦੇ ਸਤਿਗੁਰੂ ਜੀ। ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਐਸੀ ਕਿਰਪਾ ਭਰੀ ਦ੍ਰਿਸ਼ਟੀ ਸਤਿਗੁਰਾਂ ਦੀ। ਸਤਿਗੁਰਾਂ ਦੇ ਦਰਸ਼ਨ ਦੁੱਖ ਕੱਟ ਦਿੰਦੇ ਹਨ। ਏਕ ਬਣਹਿ ਕੰਚਨ ਕੋ ਮੰਦਰ, ਗੁਰੂ ਸਾਹਿਬਾਂ ਵਾਸਤੇ ਸਿਉਨੇ ਦਾ ਮੰਦਰ ਜਿਹੜਾ ਹੈ ਉਹ ਬਣਾਉਣਾ ਚਾਹੀਦਾ ਹੈ, ਜਿਹਦੇ ਵਿੱਚ ਸਤਿਗੁਰੂ ਜੀ ਬੈਠਣ। ਗੁਰਸਿੱਖਾਂ ਦੀ ਭਾਵਨਾ ਹੁੰਦੀ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੋਣਾ, ਜਿੱਥੇ ਸਤਿਗੁਰਾਂ ਨੇ ਆ ਕਰਕੇ ਬੈਠਣਾ। ਸਤਿਗੁਰਾਂ ਦਾ ਸੁੰਦਰ ਮੰਦਰ ਜਿਹੜਾ ਹੈ ਬੜਾ ਸੁੰਦਰ ਵਧੀਆ ਬਣਿਆ ਹੋਵੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਦਰਬਾਰ ਦੀ ਕਾਰ ਸੇਵਾ ਚੱਲ ਰਹੀ ਹੈ। 30-31 ਸਾਲ ਹੋ ਗਏ ਸਨ ਅੰਦਰਲਾ ਜਿਹੜਾ ਬਿਲਡਿੰਗ ਬਣੀ। ਅੰਦਰ ਦਾ ਜਿਹੜਾ ਪੱਥਰ ਹੈ ਉਹਦੇ ਵਿੱਚ ਤਰੇੜਾਂ ਆਈਆਂ ਤੇ ਕਾਲਾ ਹੋ ਗਿਆ ਪੱਥਰ ਸਾਰਾ। ਇੰਨੇ ਲੰਮੇ ਸਮੇਂ ਤੋਂ ਧੂੜ ਘੱਟਾ ਜਿਹੜਾ ਥੱਲੋਂ ਫਰਸ਼ ਤਾਂ ਧੋਇਆ ਜਾਂਦਾ, ਪਰ ਕੰਧਾਂ ਦੀਵਾਰਾਂ ਜਿਹੜੀਆਂ ਉੱਪਰੋਂ ਵੀ ਪੱਥਰ ਜਿਹੜਾ ਗੁੰਮਦਾਂ ਦਾ ਟੁਕੜੀਆਂ ਉਹ ਗਿਰੀ ਜਾਂਦੀਆਂ। ਹੌਲੀ ਹੌਲੀ ਸਤਿਗੁਰੂ ਜੀ ਕਿਰਪਾ ਕਰਨਗੇ, ਸਾਰਾ ਸੁੰਦਰ ਮਹਿਲ ਸਤਿਗੁਰਾਂ ਦਾ ਵਧੀਆ ਢੰਗ ਦੇ ਨਾਲ ਸੋਹਣਾ ਬਣੇ। ਹਰ ਇੱਕ ਗੁਰਸਿੱਖ ਦੀ ਭਾਵਨਾ, ਜਦੋਂ ਅਸੀਂ ਆਪਣਾ ਘਰ ਬਣਾਉਂਦੇ ਹਾਂ 5-4 ਸਾਲਾਂ ਬਾਅਦ ਹਰ ਇੱਕ ਕਹਿੰਦਾ ਵੀ ਸਾਡੇ ਘਰ ਦੇ ਵਿੱਚ ਚੇਂਜਿੰਗ ਆਉਣੀ ਚਾਹੀਦੀ ਹੈ। ਕੋਈ ਕੁਰਸੀਆਂ ਦੂਸਰੇ ਪਾਸੇ ਲਾ ਲੈਂਦਾ ਚੱਕ ਕੇ, ਕੋਈ ਟਾਈਲਾਂ ਬਦਲ ਲੈਂਦਾ ਹੈ, ਕੋਈ ਆਪਣੇ ਘਰ ਦੇ ਵਿੱਚ ਅਗਲਾ ਪੇਂਟ ਕਰਾਉਂਦਾ ਹੈ। ਚੇਂਜਿੰਗ ਤਾਂ ਹਰ ਕੋਈ ਬੰਦਾ ਕਰਦਾ, ਪਰ ਸਤਿਗੁਰਾਂ ਦਾ ਸਾਹਿਬਾਂ ਦਾ ਘਰ ਵੀ ਤਾਂ ਬਦਲਿਆ ਹੋਣਾ ਚਾਹੀਦਾ। ਇਹਦੇ ਵਿੱਚ ਵੀ ਤਾਂ ਨਵੀਨੀਕਰਨ ਹੋਣਾ ਚਾਹੀਦਾ। ਅੱਜ ਦੇ ਯੁੱਗ ਦੀ ਤਾਂ ਇੰਨੇ ਸਾਲਾਂ ਬਾਅਦ 30-31 ਸਾਲ ਬਾਅਦ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਮਹਾਰਾਜ ਜੀਆਂ ਦਾ ਪਵਿੱਤਰ ਦਰਬਾਰ ਸੁੰਦਰ ਨਵੀਨੀਕਰਨ ਹੋ ਰਿਹਾ ਹੈ। ਭਾਵਨਾ ਵਾਲੇ ਗੁਰਸਿੱਖ ਸੇਵਾ ਕਰ ਰਹੇ। ਸਤਿਗੁਰੂ ਜੀ ਦੀ ਇਹ ਭਾਵਨਾ ਰੱਖ ਕਰਕੇ ਗੁਰਸਿੱਖਾਂ ਦੇ ਮਨ ਵਿੱਚ ਇਹ ਵਿਚਾਰ ਆਈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਸੁੰਦਰ ਮੰਦਰ ਹੋਵੇ, ਕੰਚਨ ਦਾ ਸਿਉਨੇ ਦਾ ਮੰਦਰ ਮਹਾਰਾਜ ਜੀਆਂ ਦੇ ਵਾਸਤੇ ਅਸੀਂ ਬਣਵਾਈਏ। ਜੇਬ ਜਵਾਹਰ ਬਾਹਰ ਅੰਦਰ ਦੇ ਵਿੱਚ ਜਰੀਦਾਰ ਹੀਰੇ ਮੋਤੀ ਨਗ ਲਾ ਕਰਕੇ ਕਹਿਣ ਲੱਗੇ ਕੰਧਾਂ ਦੇ ਉੱਪਰ ਸੁੰਦਰ ਬੇਲਾਂ ਬਣੀਆਂ ਹੋਣ, ਹੀਰੇ ਮੋਤੀ ਨਗ ਜੜੇ ਹੋਣ। ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਿੱਚ ਸੁੰਦਰ ਮੀਨਾਕਾਰੀ ਹੋਈ। ਇਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਹਾਰਾਜਿਆਂ ਦੇ ਵਾਸਤੇ ਸੁੰਦਰ ਕਮਰਾ ਬਣਿਆ ਹੋਇਆ ਸੀ, ਜਿਹਦੇ ਵਿੱਚ ਮਹਾਰਾਜ ਜੀ ਅੰਦਰ ਵਿਸ਼ਰਾਮ ਕਰਦੇ ਸਨ। ਬੜਾ ਸੁੰਦਰ ਸਤਿਗੁਰਾਂ ਦਾ ਮਹਿਲ ਸੀ, ਔਰ ਅੰਦਰ ਸੁੰਦਰ ਜਿਹੜੀ ਮੀਨਾਕਾਰੀ ਬੜੀ ਸੁੰਦਰ, ਕਿਉਂਕਿ ਗੁਰਸਿੱਖਾਂ ਦੀ ਭਾਵਨਾ ਸੀ। ਮਨ ਦੇ ਵਿੱਚੋਂ ਗੁਰਸਿੱਖ ਵਿਚਾਰ ਕਰਦੇ ਸਤਿਗੁਰਾਂ ਦੇ ਵਾਸਤੇ ਇਸ ਤਰ੍ਹਾਂ ਦਾ ਮਹਿਲ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ। ਦਰ ਪਰ ਮੁਕਤਾ ਝਾਲਰ ਹੋਏ, ਦਰਵਾਜ਼ੇ ਤੇ ਮੋਤੀਆਂ ਦਾ ਝਾਲਰ ਲਮਕਦਾ ਹੋਵੇ। ਰਚੈ ਚਿੱਤਰਕਾਰੀ ਕਰ ਜੋਏ, ਚਿੱਤਰ
ਚਿੱਤਰਕਾਰ ਕਾਰੀਗਰ ਬੜੀ ਸੁੰਦਰ ਚਿੱਤਰਕਾਰੀ ਉਹਦੇ ਤੇ ਕੀਤੀ ਹੋਵੇ। ਸ੍ਰੀ ਸਤਿਗੁਰ ਬਹੁ ਮੋਲੇ ਚੀਰ, ਔਰ ਸਤਿਗੁਰੂ ਜੀ ਬਹੁ ਮੁੱਲੇ ਵਸਤਰ ਆਪਣੇ ਤਨ ਤੇ ਧਾਰਨ ਕਰਨ। ਏਕ ਰੰਗ ਕੇ ਧਰੇ ਸਰੀਰ, ਔਰ ਮਹਾਰਾਜ ਜੀ ਜਿੱਥੇ ਇੱਕ ਰੰਗ ਦੇ ਵਸਤਰ, ਅੱਜ ਇੱਕ ਰੰਗ ਦੇ ਵਸਤਰ ਪਾਏ, ਫਿਰ ਦੂਸਰੇ ਦਿਨ ਵੱਖ-ਵੱਖ ਤਰ੍ਹਾਂ ਦੇ ਵਸਤਰ ਸਤਿਗੁਰੂ ਜੀ ਪਹਿਨ ਕਰਕੇ ਫਿਰ ਸੁੰਦਰ ਦਰਬਾਰ ਦੇ ਵਿੱਚ ਆ ਕਰਕੇ ਸੁਭਾਇਮਾਨ ਹੋਣ। ਤੁਮ ਕਹਿ ਹੀਰੇ ਪਾਦ ਚਰਾਉ, ਔਰ ਸਤਿਗੁਰਾਂ ਦੇ ਵਸਤਰਾਂ ਤੇ ਹੀਰੇ ਮੋਤੀ ਨਗ ਆਦਿ ਬੜੀ ਜੜਾਊਦਾਰ ਵਸਤਰ ਮਹਾਰਾਜ ਜੀਆਂ ਦੇ ਬਣੇ ਹੋਏ ਹੋਣ। ਪਹਿਰ ਵਿਭੂਖਣ ਕੋ ਸਮਦਾਉ, ਔਰ ਫਿਰ ਸੁੰਦਰ ਗਹਿਣੇ ਮਹਾਰਾਜ ਜੀਆਂ ਦੇ ਪਹਿਨੇ ਹੋਏ ਹੋਣ। ਜਿਗਾ ਸੁਕਲ ਕੀ ਸਿਰ ਭਰ ਧਾਰੈ, ਸੁੰਦਰ ਕਲਗੀ ਸਤਿਗੁਰਾਂ ਦੇ ਸੀਸ ਤੇ ਸੋਭਨੀਕ ਹੋਵੇ। ਕਰ ਮਹਿ ਸ੍ਰੀ ਕਿਰਪਾਨ ਕੋ ਢਾਰੈ, ਗਲ ਦੇ ਵਿੱਚ ਸਤਿਗੁਰੂ ਜੀ ਸ੍ਰੀ ਸਾਹਿਬ ਜੋ ਪਹਿਨਦੇ ਹਨ। ਤਰਕਸ਼ ਜਰੇ ਜਵਾਹਰ ਜਾਲ, ਔਰ ਮਹਾਰਾਜ ਜੀਆਂ ਦਾ ਜਿਹੜਾ ਤਰਕਸ਼ ਹੈ ਉਹਦੇ ਉੱਪਰ ਸੁੰਦਰ ਨਗ ਜੜੇ ਹੋਏ ਹੋਣ। ਬਣੀ ਚੁਗਿਰਦੇ ਮੁਕਤਾ ਮਾਲ, ਚਾਰ ਸਫੇਰੇ ਮੋਤੀਆਂ ਦੀ ਮਾਲਾ ਬਣੀ ਹੋਵੇ। ਤਿਸ ਕੋ ਤਰਹਿ ਤਨੁਖ ਲੈ ਹਾਥ, ਔਰ ਫਿਰ ਸਤਿਗੁਰੂ ਜੀ ਸੁੰਦਰ ਧਨੁਖ ਆਪਣੇ ਹੱਥ ਵਿੱਚ ਫੜਨ। ਅਸ ਸ਼ੋਭਾ ਯੁੱਧ ਹੋਏ ਗੁਰਨਾਥ, ਔਰ ਐਸੀ ਸੋਭਾ ਹੋਵੇ ਫਿਰ ਮਹਾਰਾਜ ਜੀਆਂ ਦੀ, ਐਸੀ ਵਡਿਆਈ, ਐਸੇ ਸੁੰਦਰ ਸ਼ਾਸਤਰ ਜਦੋਂ ਮਹਾਰਾਜ ਜੀਆਂ ਦੇ ਹੱਥ ਵਿੱਚ ਹੋਣਗੇ। ਸਤਿਗੁਰਾਂ ਦੇ ਮਸਤਕ ਤੇ ਸੁੰਦਰ ਕਲਗੀ ਜਰੀਦਾਰ ਨਗ ਮੋਤੀ ਜੜੇ ਹੋਣਗੇ, ਚਮਕਣਗੇ। ਸੁੰਦਰ ਵਸਤਰ ਸਤਿਗੁਰਾਂ ਦੇ ਪਹਿਨੇ ਹੋਣਗੇ, ਕਿਉਂਕਿ ਸਤਿਗੁਰਾਂ ਵਰਗਾ ਬਾਦਸ਼ਾਹ ਕੋਈ ਨਹੀਂ ਹੈ। ਦੁਨੀਆ ਦੇ ਬਾਦਸ਼ਾਹ ਮਰ ਮਿਟ ਜਾਣ ਵਾਲੇ ਹਨ। ਦੀਨ ਦੁਨੀ ਦਾ ਮਾਲਕ ਸੱਚਾ ਪਾਤਸ਼ਾਹ, ਕਿਉਂਕਿ ਸੱਚਾ ਤਖਤ ਹੈ ਸਤਿਗੁਰਾਂ ਦਾ। ਔਰ ਸੱਚੇ ਤਖਤ ਤੇ ਸੱਚੇ ਪਾਤਸ਼ਾਹ ਜੀ ਆ ਕੇ ਜਦੋਂ ਸੁਭਾਇਮਾਨ ਹੋਣਗੇ। ਕੰਚਨ ਸਦਾ ਬਿਰਾਜੈ ਫੇਰੇ, ਔਰ ਮਹਾਰਾਜ ਜੀ ਸੁੰਦਰ ਤਖਤ ਤੇ ਸਿਉਨੇ ਦਾ ਮਹਿਲ ਮਹਾਰਾਜ ਜੀਆਂ ਦਾ ਸੁੰਦਰ ਤਖਤ ਬਣਿਆ ਹੋਵੇਗਾ। ਇਸ ਪ੍ਰਕਾਰ ਹਮ ਦਰਸ਼ਨ ਹੇਰੇ, ਔਰ ਜਦੋਂ ਸਤਿਗੁਰੂ ਜੀ ਇਸ ਤਰ੍ਹਾਂ ਦੀਵਾਨ ਵਿੱਚ ਬੈਠੇ ਹੋਣਗੇ, ਫਿਰ ਅਸੀਂ ਆ ਕੇ ਇਉਂ ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਸੁੰਦਰ ਸ਼ੋਭਾ ਹੋਏ ਵਿਸਾਲਾ, ਮਹਾਰਾਜ ਜੀਆਂ ਦੀ ਵਿਸ਼ਾਲ ਸੋਭਾ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹ, ਨਿਹਚਲ ਚੌਰ ਛੱਤ। ਐਸਾ ਮਹਾਰਾਜ ਜੀਆਂ ਦਾ ਸੁੰਦਰ ਦਰਬਾਰ ਸੋਭਨੀਕ ਹੋਏਗਾ। ਔਰ ਫਿਰ ਅਸੀਂ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਨਹਿ ਤ੍ਰਿਪਤ ਹੈ ਹਮ ਪਿਕ ਤਿਸ ਕਾਲਾ, ਔਰ ਨੇਤਰਾਂ ਦੇ ਡੋਨਿਆਂ ਦੁਆਰਾ ਮਹਾਰਾਜ ਜੀਆਂ ਦੇ ਦਰਸ਼ਨ ਕਰਕੇ ਦਰਸ਼ਨਾਂ ਦਾ ਰਸ ਪੀਵਾਂਗੇ। ਔਰ ਤ੍ਰਿਪਤੀ ਨਹੀਂ ਆਏਗੀ ਮਹਾਰਾਜ ਜੀਆਂ ਨੂੰ ਦੇਖਦਿਆਂ ਹੋਇਆਂ। ਮਿਲੇ ਸਿੰਘ ਅਸ ਮਸਲਤ ਕਰਹਿ, ਮਿਲ ਕਰਕੇ ਗੁਰਸਿੱਖ ਇਉਂ ਸਲਾਹ ਕਰਦੇ ਹਨ। ਸਤਿਗੁਰ ਪ੍ਰੇਮ ਹਿਰਦੇ ਬਹੁਤ ਹੈ, ਮਹਾਰਾਜ ਜੀਆਂ ਦੇ ਪ੍ਰਤੀ ਕਿੰਨਾ ਪ੍ਰੇਮ ਹੈ ਗੁਰਸਿੱਖਾਂ ਦਾ ਹਿਰਦੇ ਅੰਦਰ। ਐਸੀ ਭਾਵਨਾ ਗੁਰਸਿੱਖਾਂ ਨੇ ਆਪਣੇ ਹਿਰਦੇ ਅੰਦਰ ਉਜਾਗਰ ਕੀਤੀ, ਆਪਸ ਵਿੱਚ ਮਿਲ ਕੇ ਸਲਾਹ ਕੀਤੀ ਹੈ। ਕਿਉਂ ਨਾ ਇਸ ਤਰ੍ਹਾਂ ਦਾ ਸੁੰਦਰ ਮਹਿਲ, ਇਸ ਤਰ੍ਹਾਂ ਦਾ ਸੁੰਦਰ ਤਖਤ, ਇਸ ਤਰ੍ਹਾਂ ਦੇ ਸੁੰਦਰ ਸ਼ਾਸਤਰ ਮਹਾਰਾਜ ਜੀਆਂ ਦੇ ਵਾਸਤੇ ਸੁੰਦਰ ਵਸਤਰ ਜਿਹੜੇ ਹਨ ਸਤਿਗੁਰਾਂ ਦੇ ਲਈ ਤਿਆਰ ਕੀਤੇ ਜਾਣ। ਸ੍ਰੀ ਗੋਬਿੰਦ ਸਿੰਘ ਸਭ ਕੇ ਸੁਆਮੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭਨਾਂ ਦੇ ਸੁਆਮੀ ਹਨ, ਸਭਨਾਂ ਦੇ ਮਾਲਕ ਹਨ। ਲਖੀ ਬਾਤ ਇਹ ਅੰਤਰਜਾਮੀ, ਅੰਤਰਜਾਮੀ ਸਤਿਗੁਰਾਂ ਨੇ ਗੁਰਸਿੱਖਾਂ ਦੀ ਭਾਵਨਾ, ਕਿਉਂਕਿ ਹਿਰਦੇ ਦੀ ਜਾਣਦੇ ਮਹਾਰਾਜ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਗੁਰਸਿੱਖਾਂ ਦੀ ਭਾਵਨਾ, ਹਿਰਦੇ ਦੀ ਵੇਦਨ ਗੁਰੂ ਸਾਹਿਬ ਜੀ ਨੇ ਜਾਣੀ ਹੈ। ਸ਼ਰਤ ਪੂਰਨ ਹਿਤ ਨਿਜ ਦਾਸ, ਇਉਂ ਸਤਿਗੁਰਾਂ ਦੇ ਸੇਵਕ
ਜਿਹੜਾ ਭਾਵਨਾ ਨਾਲ ਆਉਂਦਾ ਹੈ ਸਤਿਗੁਰੂ ਜੀ ਸਭਨਾਂ ਦੀ ਭਾਵਨਾ ਪੂਰੀ ਕਰਦੇ, ਉਹਦੀ ਸ਼ਰਧਾ ਪੂਰੀ ਹੁੰਦੀ। ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੈ, ਆਸ ਮਨੋਰਥ ਪੂਰਨ ਹੋਵੈ, ਭੇਟਤ ਗੁਰ ਦਰਸਾਇਆ ਜੀ। ਸਤਿਗੁਰਾਂ ਦੇ ਦਰਸ਼ਨ ਕਰਕੇ ਭਾਵਨਾ ਪੂਰੀ ਹੁੰਦੀ। ਸਭਨਾਂ ਦੀ ਸ਼ਰਧਾ ਪੂਰੀ ਕਰਨ ਹਾਰ ਹਨ ਸਤਿਗੁਰੂ, ਸਮਰੱਥ ਹਨ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ, ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਭਾਵਨਾ ਲੈ ਕਰਕੇ ਜਿਹੜਾ ਆਉਂਦਾ ਸ਼ਰਧਾ ਨਾਲ, ਸਤਿਗੁਰੂ ਜੀ ਉਹਦੀ ਸ਼ਰਧਾ ਪੂਰੀ ਕਰਦੇ ਹਨ। ਲਇਓ ਬੁਲਾਏ ਲਿਖਾਰੀ ਪਾਸ, ਲਿਖਾਰੀ ਸਿੰਘ ਨੂੰ ਮਹਾਰਾਜਿਆਂ ਨੇ ਆਪਣੇ ਕੋਲ ਬੁਲਾਇਆ ਹੈ। ਸ੍ਰੀ ਮੁਖ ਤੇ ਬਸ ਆਗਿਆ ਕਰੀ, ਸਤਿਗੁਰਾਂ ਨੇ ਪਵਿੱਤਰ ਮੁਖ ਤੋਂ ਬਚਨ ਕੀਤਾ, ਆਗਿਆ ਕੀਤੀ ਹੈ। ਹਰੀ ਮੋਹਿ ਸੰਗਤ ਸੁਖ ਭਰੀ, ਸਾਡੀ ਸੰਗਤ ਹਰੀ ਭਰੀ ਹੈ। ਪਰਮੇਸ਼ਰ ਦੀ ਕਿਰਪਾ ਹੈ ਸਤਿਗੁਰਾਂ ਦੀ ਸੰਗਤ ਤੇ। ਲਿਖੋ ਹੁਕਮਨਾਮੇ ਸਭ ਦੇਸ਼, ਸਾਰੇ ਦੇਸ਼ ਦੇ ਵਿੱਚ ਹੁਕਮਨਾਮੇ ਲਿਖ ਕੇ ਭੇਜ ਦੇਣਾ ਕਰੋ। ਲਿਆਵਹਿ ਸਵੈਨਾ ਕਾਰ ਅਸ਼ੇਸ਼, ਸੰਗਤ ਸਿਉਨਾ ਆਦ ਲੈ ਕਰਕੇ ਆਉਣਾ ਕਰੇ। ਜੋ ਮਾਇਆ ਸੰਗਤ ਨੇ ਦਸਵੰਧ ਦੀ ਰੱਖੀ ਹੋਈ, ਸਿਉਨਾ ਖਰੀਦ ਕਰਕੇ ਸੰਗਤ ਲੈ ਕੇ ਆਵੇ। ਹੇਮ ਬੰਗਲ ਗੁਰੂ ਬਣਾਵਹਿ, ਸਤਿਗੁਰੂ ਜੀ ਸੁੰਦਰ ਮਹਿਲ ਤਿਆਰ ਕਰਾਉਣਗੇ। ਸੁੰਦਰ ਬੰਗਲਾ ਮਹਾਰਾਜਿਆਂ ਨੇ ਬਣਵਾਉਣਾ ਹੈ। ਜਾਂ ਤੇ ਸਭ ਹੀ ਕੰਚਨ ਲਿਆਵਹਿ, ਇਸ ਕਰਕੇ ਸਾਰੀ ਸੰਗਤ ਭੇਟਾਂ ਦੇ ਵਜੋਂ ਜਿਹੜਾ ਸੋਨਾ ਆਦ ਹੈ ਲਿਆ ਕੇ ਭੇਟ ਕਰਨਾ ਕਰੇ। ਸੁਨਤ ਲਿਖਾਰੀ ਲਿਖ ਸਮੁਦਾਏ, ਲਿਖਾਰੀ ਸਿੰਘ ਨੇ ਮਹਾਰਾਜਿਆਂ ਦੇ ਵੱਲੋਂ ਹੁਕਮਨਾਮੇ ਲਿਖ ਲਏ ਹਨ। ਦੇਸ਼ ਵਿਦੇਸ਼ਨ ਵਿਖੇ ਪਠਾਏ, ਦੇਸ਼ਾਂ ਪ੍ਰਦੇਸ਼ਾਂ ਵਿਖੇ ਹੁਕਮਨਾਮੇ ਸਤਿਗੁਰਾਂ ਵੱਲੋਂ ਭੇਜ ਦਿੱਤੇ ਗਏ ਹਨ। ਹੋਏ ਇੱਕ 20 ਰਜਤ ਪਨ ਤੋਲਾ, ਉਸ ਸਮੇਂ ਸਿਉਨੀ ਦੀ ਜਿਹੜੀ ਕੀਮਤ ਸੀ 20-21 ਰੁਪਈਏ ਰਜਤ ਪਣ, ਚਾਂਦੀ ਦੇ ਰੁਪਈਏ 20-21 ਰੁਪਈਆਂ ਦਾ ਤੋਲਾ ਜਿਹੜਾ ਸੀ ਉਸ ਸਮੇਂ, ਜਿਹੜਾ ਸ਼ੁੱਧ ਸੋਨਾ ਉਹ ਮਿਲਦਾ ਸੀ। ਅਸ ਕੁੰਦਨ ਆਨਹਿ ਬਹੁ ਮੂਲਾ, ਬਹੁ ਮੋਲਾ ਜਿਹੜਾ ਸਿਉਨਾ ਹੈ ਸੁੰਦਰ ਸ਼ੁੱਧ ਸੋਨਾ ਸੰਗਤ ਲੈ ਕਰਕੇ ਆਵੇ। ਅਸ ਨਹਿ ਹੋਏ ਤਲੀਜੈ ਮੋਲ, ਜਿਨ੍ਹਾਂ ਦੇ ਪਾਸ ਨਹੀਂ ਹੈ ਜੋ ਜੋ ਵਸਤੂਆਂ ਮਹਾਰਾਜਿਆਂ ਨੇ ਹੁਕਮਨਾਮੇ ਵਿੱਚ ਲਿਖ ਕੇ ਭੇਜੀਆਂ ਹਨ, ਸ਼ੁੱਧ ਧਾਤੂ ਦਾ ਜਿਹੜਾ ਸੋਨਾ ਹੈ, ਜੇ ਕਿਸੇ ਕੋਲ ਨਹੀਂ ਹੈ ਫਿਰ ਮੁੱਲ ਖਰੀਦਣਾ ਹੈ। ਅੰਨ ਜਹ ਕਹਤੇ ਲਿਓ ਤੋਲ, ਤੋਲ ਕਰਕੇ ਜਿੰਨਾ ਜਿੰਨਾ ਲੈ ਕਰਕੇ ਆਉਣਾ ਹੈ, ਸਾਰੀ ਸੰਗਤ ਜੋ ਜੋ ਵਸਤੂ ਲੈ ਕੇ ਆਉਣੀ ਸੋਨਾ ਤੋਲ ਕੇ ਲੈ ਕੇ ਆਉਣਾ ਹੈ। ਨੇਰੇ ਦੂਰ ਹੁਕਮ ਕੋ ਲਿਖ ਪਠਿਓ, ਦੂਰ ਨੇੜੇ ਜਿੱਥੇ ਜਿੱਥੇ ਗੁਰੂ ਕੇ ਪਿਆਰੇ ਰਹਿੰਦੇ ਹਨ, ਮਹਾਰਾਜਿਆਂ ਦੇ ਵੱਲੋਂ ਹੁਕਮਨਾਮੇ ਪਹੁੰਚੇ ਹਨ। ਖੋਲਿਓ ਕਾਗਦ ਸਿੱਖਨ ਪਠਿਓ, ਔਰ ਹੁਕਮਨਾਮਾ ਗੁਰਸਿੱਖਾਂ ਦੇ ਪਾਸ ਗਿਆ, ਖੋਲ ਕੇ ਉਹਨਾਂ ਨੇ ਪੜ੍ਹਿਆ ਹੈ। ਲੈ ਲੈ ਕੰਚਨ ਕੋ ਚਲ ਆਏ, ਔਰ ਮਹਾਰਾਜਿਆਂ ਦੇ ਹੁਕਮ ਅਨੁਸਾਰ ਸੋਨਾ ਆਦਿ ਇਕੱਤਰ ਕਰਕੇ ਲੈ ਕੇ ਚੱਲ ਕੇ ਆਉਂਦੇ ਹਨ। ਕੁੰਦਨ ਕੀ ਸ਼ੁਭ ਜਿਨਸ ਲਿਆਏ, ਸ਼ੁੱਧ ਸੋਨੇ ਦੀ ਜਿਹੜੀ ਜਿਨਸ ਹੈ ਗੁਰਸਿੱਖ ਲੈ ਕੇ ਆਏ ਹਨ। ਸੀਕਲ ਕੀ ਤਰ ਕਹਿਓ ਲਖੀਜੈ, ਕਲਗੀਧਰ ਸੁਆਮੀ ਸਤਿਗੁਰੂ ਜੀ ਕਹਿੰਦੇ ਹਨ, ਭਾਈ ਪਰਖ ਕੇ ਦੇਖ ਲੈਣਾ ਕਰੋ। ਜਗਨਨਾਥ ਪਰ ਹੁਕਮ ਪਠੀਜੈ, ਮਹਾਰਾਜ ਜੀ ਕਹਿੰਦੇ ਭਾਈ ਜਗਨਨਾਥਪੁਰੀ ਉੱਥੇ ਵੀ ਹੁਕਮਨਾਮਾ ਭੇਜਣਾ ਕਰੋ। ਪੁਰਸ਼ੋਤਮ ਪਰ ਲਿਖਿਓ ਪਠਾਇਓ, ਪੁਰਸ਼ੋਤਮ ਦੇ ਵੱਲ ਮਹਾਰਾਜਿਆਂ ਨੇ ਹੁਕਮਨਾਮਾ, ਪੁਰਸ਼ੋਤਮ ਤੋਂ ਭਾਵ ਉੱਤਮ ਪੁਰਖ। ਜਗਨਨਾਥਪੁਰੀ ਬਹੁਤ ਵੱਡਾ ਮੰਦਰ ਹੈ
ਔਰ ਇੱਥੇ ਵੀ ਮਹਾਰਾਜਿਆਂ ਦਾ ਹੁਕਮਨਾਮਾ ਪਹੁੰਚਿਆ ਹੈ। ਹੁਕਮ ਮੇਵੜਾ ਲੈ ਕਰ ਧਾਇਓ। ਮੇਵੜਾ ਸਿੰਘ ਮਹਾਰਾਜਿਆਂ ਦਾ ਹੁਕਮਨਾਮਾ ਲੈ ਕਰਕੇ ਆਇਆ ਹੈ। ਉਤੇ ਜੋ ਪਾਂਡੇ ਤੇ ਪਰਦਾਨਾ। ਔਰ ਇੱਥੇ ਜਿਹੜੇ ਪੰਡਤ ਸਨ, ਜਿਹੜੇ ਮੁਖੀ ਸਨ, ਪ੍ਰਧਾਨ, ਕਾਗਦ ਦੀਏ ਦਿਨੋਂ ਕੇ ਪਾਨਾ। ਇਹਨਾਂ ਦੇ ਹੱਥ ਵਿੱਚ ਮਹਾਰਾਜਿਆਂ ਵੱਲੋਂ ਜਿਹੜਾ ਹੁਕਮਨਾਮਾ ਸੀ, ਔਰ ਇਹ ਹੁਕਮਨਾਮਾ ਇਹਨਾਂ ਦੇ ਹੱਥ ਵਿੱਚ ਦਿੱਤਾ ਹੈ। ਪੜ੍ਹ ਸੁਣ ਹੁਕਮ ਸਕਲ ਬਿਸਮਾਏ। ਪੜ੍ਹਿਆ ਹੈ ਮਹਾਰਾਜਿਆਂ ਦਾ ਹੁਕਮ, ਸੁਣਿਆ ਹੈ, ਸੁਣ ਕੇ ਸਾਰੇ ਪੜ੍ਹ ਸੁਣ ਕੇ ਹੈਰਾਨ ਹੋਏ ਹਨ। ਜਗਨਨਾਥ ਪਰ ਕੌਣ ਪਠਾਏ। ਜਗਨਨਾਥਪੁਰੀ ਤੋਂ ਕਹਿਣ ਲੱਗੇ, ਕੌਣ ਉੱਥੋਂ ਇਹ ਸੋਨਾ ਭੇਜਣ ਲੱਗਿਆ ਹੈ। ਹਮ ਤੋ ਕਿਸ ਕੋ ਜਾਣਹਿ ਨਾਹੀ। ਸਤਿਗੁਰੂ ਜੀ ਜਦੋਂ ਹੁਕਮਨਾਮਾ ਮਹਾਰਾਜਿਆਂ ਦੇ ਵੱਲੋਂ ਗਿਆ, ਹੁਣ ਇਹ ਜਿਹੜੇ ਮੁਖੀ ਪੰਡਤ ਸਨ ਕਹਿੰਦੇ ਵੀ ਅਸੀਂ ਤਾਂ ਉਹਨਾਂ ਨੂੰ ਜਾਣਦੇ ਨਹੀਂ ਹਾਂ। ਐਸੋ ਕੌਣ ਭਇਓ ਜਗ ਮਾਹੀ। ਐਸਾ ਕਿਹੜਾ ਵੱਡਾ ਬਲੀ ਜਗਤ ਵਿੱਚ ਹੋਇਆ ਹੈ ਜਿਹੜਾ ਸਾਡੇ ਪਾਸੋਂ ਵੀ ਧਨ ਉਗਰਾ ਰਿਹਾ ਹੈ। ਰਹਿਓ ਮੇਵੜੋ ਨਿਸ ਬਿਸਰਾਮੋ। ਔਰ ਮੇਵੜਾ ਸਿੰਘ ਜਿਹੜਾ ਹੁਕਮਨਾਮਾ ਲੈ ਕੇ ਗਿਆ, ਉਹਨੇ ਰਾਤ ਸਮੇਂ ਵਿਸ਼ਰਾਮ ਕੀਤਾ, ਇੱਥੇ ਹੀ ਠਹਿਰਿਆ ਹੈ। ਲਖਹਿ ਕਰਹਿ ਕੇ ਸਤਿਗੁਰ ਕਾਮੋ। ਮਨ ਦੇ ਵਿੱਚ ਭਾਵਨਾ ਜਿਹੜਾ ਸਿੱਖ ਹੁਕਮਨਾਮਾ ਲੈ ਕੇ ਆਇਆ ਮੇਵੜਾ ਸਿੰਘ, ਉਹਨੇ ਜਾਣਿਆ ਕਿਉਂਕਿ ਕਾਰਜ ਸਤਿਗੁਰਾਂ ਦਾ ਹੈ ਔਰ ਉਹਨਾਂ ਨੇ ਸਵਾਰਨ, ਮੈਂ ਤਾਂ ਇੱਕ ਵਿੱਚ ਜਰੀਆ ਹਾਂ। ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ, ਸੂਖ ਮੰਗਲ ਕਲਿਆਣ ਵਿਚਾਰਿਆ। ਇਹਦਾ ਕਾਰਜ ਸਤਿਗੁਰੂ ਦਾ ਹੈ ਔਰ ਉਹਨੇ ਆਪੇ ਸਵਾਰ ਲੈਣਾ ਹੈ। ਜਿਨ ਕੋ ਲਿਖਿਓ ਵਿਅਰਥ ਨ ਜਾਵੇ। ਮਹਾਰਾਜਿਆਂ ਦਾ ਲਿਖਿਆ ਹੋਇਆ ਹੁਕਮ ਹੈ, ਉਹ ਵਿਅਰਥ ਕਿਵੇਂ ਜਾਏਗਾ। ਪੁਰਸ਼ੋਤਮ ਗੁਰ ਕਾਰ ਦਿਵਾਵੇ। ਔਰ ਪੁਰਸ਼ੋਤਮ ਜਗਨਨਾਥਪੁਰੀ ਦੇ ਮੰਦਰ ਵਿੱਚੋਂ ਗੁਰੂ ਸਾਹਿਬ ਜੀ ਦੇ ਵਾਸਤੇ ਕਹਿਣ ਲੱਗੇ, ਸੋਨਾ ਆਦਿ ਕਿਵੇਂ ਆਉਂਦਾ ਹੈ, ਗੁਰੂ ਕੀ ਕਾਰ ਕਿਵੇਂ ਕਰਦੇ ਹਨ। ਤਹਿ ਕੋ ਜੋ ਰਾਜਾ ਧਰਮਾਤਮਾ। ਇੱਥੋਂ ਦਾ ਜਿਹੜਾ ਰਾਜਾ ਹੈ ਬੜਾ ਧਰਮਾਤਮਾ ਹੈ। ਲਖੈ ਸੁ ਠਾਕਰ ਵੱਡੋ ਮਹਾਤਮਾ। ਔਰ ਇਹ ਠਾਕੁਰਾਂ ਦੀ ਪੂਜਾ ਕਰਦਾ ਹੈ ਔਰ ਇਹਨੇ ਠਾਕੁਰਾਂ ਦੀ ਮਹਿਮਾ ਦੇ ਮਹਾਤਮ ਨੂੰ ਜਾਣਿਆ ਹੈ। ਭਈ ਜਾਮਨੀ ਏਕਰ ਥਿਰਿਓ। ਔਰ ਇੱਕ ਥਾਂ ਤੇ ਜਿਹੜਾ ਮੇਵੜਾ ਸਿੰਘ ਹੈ, ਇਹਨੇ ਆਪਣਾ ਟਿਕਾਣਾ ਕਰ ਲਿਆ ਵੀ ਜਿਵੇਂ ਮੈਨੂੰ ਜਵਾਬ ਮਿਲਦਾ ਸਤਿਗੁਰੂ ਜੀ ਕਾਰਨ ਕਰਨਗੇ, ਆਪੇ ਮਹਾਰਾਜਿਆਂ ਦਾ ਕਾਰਜ ਆਪ ਸਵਾਰ ਲੈਣਾ ਸਤਿਗੁਰਾਂ। ਇੱਧਰ ਜਿਹੜਾ ਇੱਥੋਂ ਦਾ ਰਾਜਾ ਹੈ, ਰਾਤ ਦੇ ਸਮੇਂ ਜਦੋਂ ਉਹਨੇ ਵਿਸ਼ਰਾਮ ਕੀਤਾ ਹੈ, ਜਗਨਨਾਥ ਤਬ ਸ਼ਬਦ ਉਚਰਿਓ। ਜਗਨਨਾਥ ਵੱਲੋਂ ਰਾਜੇ ਦੇ ਪਰਥਾਏ ਹੁਕਮ ਹੋਇਆ ਹੈ। ਅਪਰ ਨ ਸੁਣਹਿ ਸਰਬ ਪਰ ਸੋਏ। ਹੋਰ ਕਿਸੇ ਨੂੰ ਇਹ ਬਚਨ ਸੁਣੇ ਨਹੀਂ ਹਨ, ਸਾਰੇ ਸੁੱਤੇ ਪਏ ਹਨ। ਭੂਪਤ ਸੁਣਹਿ ਕਹਿਓ ਪ੍ਰਭ ਜੋਏ। ਔਰ ਜਿਹੜਾ ਰਾਜਾ ਹੈ ਸੁਣ ਕਰਕੇ ਕਹਿਣ ਲੱਗੇ, ਉਹਨੂੰ ਆਕਾਸ਼ਬਾਣੀ ਹੋਈ, ਕੱਲੀ ਕੇਵਲ ਰਾਜੇ ਨੂੰ ਇਹ ਬਚਨ ਜਿਹੜੇ ਸਾਨੇ ਬਾਣੀ ਸੁਣੀ ਹੈ, ਬਾਕੀ ਜਿੰਨੇ ਲੋਕ ਸਨ ਕਿਸੇ ਨੂੰ ਕੁਝ ਨਹੀਂ ਸੁਣਿਆ। ਓ ਮਹਿਫਾਲਕ ਮਮ ਅਵਤਾਰ। ਜਗਨਨਾਥ ਵੱਲੋਂ ਹੁਕਮ ਹੋਇਆ, ਕਹਿਣ ਲੱਗੇ, ਹੇ ਰਾਜਨ, ਉਹ ਸਾਡੇ ਅਵਤਾਰ ਹਨ। ਲੀਨਾ ਸਤਿਗੁਰ ਕੋ ਤਨ ਧਾਰ। ਅਕਾਲ ਪੁਰਖ ਪਰਮੇਸ਼ਰ ਦੇ ਸਵਰੂਪ ਨੇ ਮਨੁੱਖਾ ਤਨ ਧਾਰਨ ਕੀਤਾ ਹੈ। ਰੱਖਣ ਹਿੰਦ ਬਣੇ ਕੀ ਲਾਜ। ਹਿੰਦੂ ਧਰਮ ਦੀ ਲਾਜ ਰੱਖਣ ਵਾਸਤੇ ਉਹਨਾਂ ਨੇ ਧਰਤੀ ਤੇ ਅਵਤਾਰ ਧਾਰਿਆ ਹੈ। ਅਪਰ ਅਨੇਕ ਸੁਧਾਰਨ ਕਾਜ। ਇੱਕ ਨਹੀਂ ਹੋਰ ਉਹਨਾਂ ਨੇ ਅਨੇਕਾਂ ਜਿਹੜੇ ਕਾਰਜ ਹਨ ਉਹ ਸੁਧਾਰਨੇ ਹਨ। ਕਾਰਜ ਉਹਨਾਂ ਦਾ ਬਹੁਤ ਵੱਡਾ ਹੈ
ਔਰ ਉਹਨਾਂ ਨੇ ਕਈ ਕਾਰਜ ਸਵਾਰਨੇ ਹਨ। ਦਿੱਲੀ ਮਹਿ ਤੁਰ ਕੇਸ਼ ਨਿਕੇਤ, ਦਿੱਲੀ ਵਿਖੇ ਰਾਜੇ ਦੇ ਕੋਲ ਰਾਜ ਤੇਜ ਤਿਨ ਖੋਵਨ ਹੇਤ। ਤੁਰਕਾਂ ਦਾ ਰਾਜ ਦਾ ਜਿਹੜਾ ਤੇਜ ਹੈ, ਇਸ ਤੇਜ ਨੂੰ ਖੋਹਣ ਵਾਸਤੇ, ਦਿੱਲੀ ਦੇ ਤਖਤ ਦੀਆਂ ਜੜ੍ਹਾਂ ਪੁੱਟਣ ਵਾਸਤੇ ਸਭ ਪਰ ਹੁਕਮ ਗੁਰੂ ਕੋ ਭਇਓ। ਪਰਮੇਸ਼ਰ ਦਾ ਹੁਕਮ ਕਲਗੀਧਰ ਪਿਤਾ ਸੁਆਮੀ ਜੀ ਨੂੰ ਹੋਇਆ ਹੈ। ਕੁੰਦਨ ਦੇਸ਼ ਵਿਦੇਸ਼ਨ ਲਇਓ, ਦੇਸ਼ਾਂ ਵਿਦੇਸ਼ਾਂ ਤੋਂ ਉਹਨਾਂ ਨੇ ਸਿਉਨਾ ਜਿਹੜਾ ਸੀ ਉਹ ਇਕੱਤਰ ਕੀਤਾ ਹੈ। ਸੋ ਮੇਰੋ ਹੀ ਹੁਕਮ ਪਛਾਨ, ਇਹ ਮੇਰਾ ਹੁਕਮ ਹੈ ਔਰ ਤੂੰ ਪਹਿਚਾਣ ਲੈਣਾ ਕਰ। ਔਰ ਸੰਦੇਹ ਨ ਅੰਨਹੁ ਆਨ, ਮਨ ਵਿੱਚ ਕੋਈ ਵੀ ਸੰਸਾ ਨਹੀਂ ਕਰਨਾ, ਸੰਦੇਹ ਨਹੀਂ ਕਰਨਾ ਹੈ। ਹਮਰੀ ਦਿਸ਼ ਤੇ ਦੇਹੋ ਸੋ ਤੋਲਾ, ਸਾਡੇ ਵੱਲੋਂ 100 ਤੋਲਾ ਜਿਹੜਾ ਹੈ ਸੋਨੇ ਦਾ ਉਹ ਭੇਜ ਦੇਣਾ ਕਰੋ। ਕੁੰਦਨ ਜਿਨਸ ਹੋਏ ਬਹੁ ਮੋਲਾ, ਔਰ ਜਿਹਦੇ ਵਿੱਚ ਸ਼ੁੱਧ ਸੋਨਾ ਵਧੀਆ ਧਾਤੂ ਦਾ ਬਣਿਆ ਹੋਇਆ, ਬਹੁ ਮੁੱਲ ਹੈ ਇਸ ਸੋਨੇ ਦਾ। ਆਹੈ ਮੇਵੜਾ ਪੁਰੀ ਮਝਾਰੇ, ਔਰ ਮੇਵੜਾ ਸਿੰਘ ਉਸੇ ਨਗਰ ਦੇ ਵਿੱਚ ਤਿਸ ਕੋ ਨਿਕਟ ਹਕਾਰ ਸਕਾਰੇ। ਔਰ ਇਹਨੂੰ ਰਾਜੇ ਨੇ ਕੋਲ ਬੁਲਾਇਆ ਹੈ, ਕੋਲ ਬੁਲਾ ਕਰਕੇ ਸਤਿਕਾਰ ਦਿੱਤਾ ਹੈ। ਸਾਦਰ ਦੀਜੈ ਹਮਰੀ ਦਿਸ਼ ਤੇ, ਕਹਿਣ ਲੱਗੇ ਇਹ ਜਿਹੜਾ ਸੋਨਾ ਹੈ ਸਾਡੇ ਵੱਲੋਂ ਸਤਿਕਾਰ ਸਹਿਤ ਸਾਡੀ ਦਿਸ਼ਾ ਵੱਲੋਂ ਸਾਡੇ ਵੱਲੋਂ ਦੇਣਾ ਹੈ। ਬਿਰਥਾ ਹੁਕਮ ਫਿਰ ਹੈ ਨਹਿ ਜਿਸ ਤੇ, ਔਰ ਇਹ ਜਿਹੜਾ ਹੁਕਮ ਹੈ ਗੁਰੂ ਸਾਹਿਬ ਜੀ ਦਾ ਹੁਕਮ ਵਿਅਰਥ ਨਹੀਂ ਜਾਣਾ। ਸੁਣ ਮਹਿ ਪਾਲਕ ਨਿਸਾ ਬਿਤਾਈ, ਰਾਜੇ ਨੇ ਉਹ ਸੁਣ ਕਰਕੇ ਸਾਰੀ ਵਾਰਤਾ ਰਾਤ ਬਤੀਤ ਕੀਤੀ ਹੈ। ਹੋਤ ਪ੍ਰਾਤ ਕੇ ਲਿਓ ਬੁਲਾਈ, ਸਵੇਰ ਹੁੰਦਿਆਂ ਹੀ ਕਹਿਣ ਲੱਗੇ ਰਾਜੇ ਨੂੰ ਬੁਲਾਇਆ ਹੈ। 100 ਤੋਲਾ ਕੁੰਦਨ ਮੰਗਵਾਇਸ, 100 ਤੋਲਾ ਜਿਹੜਾ ਸੀ ਸੁੱਧ ਸੋਨੇ ਦਾ ਉਹ ਮੰਗਵਾਇਆ ਹੈ। ਪਾਰਕ ਢਿੱਗ ਨੀਕੇ ਪਰਖਾਇਸ, ਪਾਰਖੂ ਲਾ ਕਰਕੇ ਚੰਗੀ ਤਰ੍ਹਾਂ ਉਹਦੀ ਪਰਖ ਕੀਤੀ ਹੈ। ਲਿਓ ਤੋਲ ਕਰ ਲੈ ਸੋ ਆਇਓ, ਔਰ ਇਹ ਤੋਲ ਕੇ ਜਿਹੜਾ ਸੁੱਧ ਸੋਨਾ ਸੀ 100 ਤੋਲਾ ਤੋਲ ਕੇ ਦਿੱਤਾ ਹੈ। ਮੇਵੜਾ ਸਿੰਘ ਲੈ ਕਰਕੇ ਵਾਪਸ ਸ੍ਰੀ ਅਨੰਦਪੁਰ ਸਾਹਿਬ ਨੂੰ ਆਇਆ ਹੈ। ਸਤਿਗੁਰ ਨਿਕਟ ਆਨ ਅਰ ਪਾਇਓ, ਆ ਕੇ ਸਤਿਗੁਰਾਂ ਦੇ ਹਜ਼ੂਰ ਭੇਟ ਕਰ ਦਿੱਤਾ ਹੈ। ਭਈ ਵਾਰਤਾ ਤੇ ਥਾਂ ਜੈਸੇ, ਜਿਵੇਂ ਇੱਥੇ ਇਹ ਵਾਰਤਾ ਹੋਈ ਹੈ, ਏਵ ਲੀਨ ਕੀ ਬਰਨੀ ਤੈਸੇ। ਜਿਵੇਂ ਪਰਮੇਸ਼ਰ ਦੀ ਇਹ ਕਲਾ ਵਰਤੀ ਹੈ ਔਰ ਸਤਿਗੁਰਾਂ ਨੇ ਸਾਰਾ ਜਿੰਨਾ ਸੋਨਾ ਸੀ ਉਹ ਇਕੱਠਾ ਕਰਵਾ ਲਿਆ ਹੈ। ਸੁਨ ਕਲਗੀਧਰ ਬਹੁ ਬਿਕਸਾਏ, ਸੁਣ ਕੇ ਕਲਗੀਧਰ ਪਿਤਾ ਸਤਿਗੁਰੂ ਜੀ ਬੜਾ ਖੁਸ਼ ਹੋਏ ਹਨ। ਪੁਰਸ਼ੋਤਮ ਕੀ ਮਹਿਮਾ ਗਾਏ, ਪੁਰਸ਼ੋਤਮ ਨੇ ਆਪ ਮਹਾਰਾਜਿਆਂ ਦੇ ਵਾਸਤੇ ਸੋਨਾ ਭੇਜਿਆ ਹੈ, ਉਹਦੀ ਮਹਿਮਾ ਮਹਾਰਾਜਿਆਂ ਨੇ ਬਿਆਨ ਕੀਤੀ ਹੈ। ਤੂੰ ਲੋਕ ਕੀ ਸਭ ਵਡਿਆਈ, ਦੋਨਾਂ ਲੋਕਾਂ ਦੀ ਜਿਹੜੀ ਵਡਿਆਈ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਹੱਥ ਵਿੱਚ। ਇਸ ਲੋਕ ਦੇ ਵਿੱਚ ਮਹਾਰਾਜਿਆਂ ਦਾ ਜਸ ਔਰ ਪਰਲੋਕ ਵਿਖੇ ਸਤਿਗੁਰੂ ਜੀ ਸਭਨਾਂ ਦੀ ਰੱਖਿਆ ਕਰਨ ਵਾਲੇ, ਹਲਤ ਪਲਤ ਕੇ ਰਾਖੇ ਹਨ ਸਤਿਗੁਰੂ ਜੀ। ਲੋਕ ਔਰ ਪਰਲੋਕ ਵਿਖੇ ਸਹਾਈ ਹੋਣ ਵਾਲੇ, ਸਭਨਾਂ ਦੀ ਸਹਾਇਤਾ ਕਰਨ ਵਾਲੇ ਹਨ। ਸ੍ਰੀ ਸਤਿਗੁਰ ਕੇ ਸੀਸ ਟਿਕਾਈ, ਔਰ ਇਹ ਮੇਵੜਾ ਸਿੰਘ ਜੋ ਲੈ ਕਰਕੇ ਆਇਆ ਸੋਨਾ ਮਹਾਰਾਜਿਆਂ ਦੇ ਹਜ਼ੂਰ ਲਿਆ ਕਰਕੇ ਭੇਟ ਕੀਤਾ ਹੈ। ਦੇਸ਼ ਵਿਦੇਸ਼ਨ ਹੁਕਮ ਪਠਾਏ,
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਹਾਰਾਜਿਆਂ ਦੇ ਵੱਲੋਂ ਹੁਕਮਨਾਮੇ ਗਏ ਹਨ। ਸੁਣ ਸੁਣ ਜਿਨ ਮਾਨਿਓ ਹਰ ਖਾਏ। ਸੁਣ ਸੁਣ ਕੇ ਸਭਨਾਂ ਨੇ ਮਹਾਰਾਜਿਆਂ ਦੇ ਬਚਨ ਮੰਨਦਿਆਂ ਹੋਇਆਂ ਸਭਨਾਂ ਦਾ ਮਨ ਖੁਸ਼ ਹੋਇਆ ਹੈ। ਕੁੰਦਨ ਮੋਲ ਲੀਨ ਪਰਖਾਏ। ਔਰ ਇਹ ਜਿਹੜਾ ਸੁੱਧ ਸੋਨਾ ਸੀ ਫਿਰ ਮੁੱਲ ਲਿਆ ਗਿਆ ਹੈ। ਭੇਜਿਓ ਸਤਿਗੁਰ ਢਿਗ ਸੁਖ ਪਾਏ। ਔਰ ਮਹਾਰਾਜਿਆਂ ਦੇ ਹਜ਼ੂਰ ਗੁਰਸਿੱਖਾਂ ਨੇ ਇਹ ਜਿਹੜਾ ਸੋਨਾ ਹੈ ਉਹ ਭੇਜਿਆ, ਭੇਜ ਕਰਕੇ ਸੁਖ ਪ੍ਰਾਪਤ ਕੀਤਾ ਹੈ। ਮਨੋ ਕਾਮਨਾ ਪੂਰਨ ਭਈ। ਸਭਨਾਂ ਦੀ ਮਨੋ ਕਾਮਨਾ ਪੂਰੀ ਹੋਈ ਹੈ। ਪਾਪ ਤਾਪ ਸਗਰੇ ਬਿਨ ਸਈ। ਉਹਨਾਂ ਦੇ ਪਾਪ ਸੰਤਾਪ ਸਾਰੇ ਮਿਟ ਗਏ ਹਨ ਜਿਨ੍ਹਾਂ ਨੇ ਸਤਿਗੁਰੂ ਦਾ ਬਚਨ ਆਪਣੇ ਹਿਰਦੇ ਅੰਦਰ ਵਸਾਇਆ। ਮਹਾਰਾਜਿਆਂ ਦੀ ਪਵਿੱਤਰ ਬਾਣੀ ਸਤਿਗੁਰਾਂ ਦੇ ਬਚਨ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਜਿਨ੍ਹਾਂ ਨੇ ਮਹਾਰਾਜਿਆਂ ਦੇ ਬਚਨ ਮੰਨੇ, ਦੁਖ ਰੋਗ ਸੰਤਾਪ ਉਹਨਾਂ ਦੇ ਮਿਟ ਗਏ ਹਨ। ਮੀਆਂ ਦੌਲਾ ਵਿੱਚ ਗੁਜਰਾਤ। ਮੀਆਂ ਦੌਲਾ ਜੀ ਜਿਹੜੇ ਗੁਜਰਾਤ ਵਿਖੇ ਰਹਿੰਦੇ ਹਨ, 6ਵੇਂ ਪਾਤਸ਼ਾਹ ਦੇ ਵੀ ਪਿਆਰੇ ਮੁਰੀਦ ਸਨ। ਮਹਾਂ ਫਕੀਰ ਧੀਰ ਵਿਖਿਆਤ। ਮਹਾਨ ਧੀਰਜ ਵਾਲੇ ਹਨ ਔਰ ਵੱਡੇ ਫਕੀਰ ਹਨ ਜਿਨ੍ਹਾਂ ਨੇ ਹਿਰਦੇ ਅੰਦਰ ਮਹਾਨ ਧੀਰਜ ਧਾਰਨ ਕੀਤੀ ਹੈ। ਆਰ ਬਲਾ ਪਪ ਵਿਧੀ ਵਿਸਾਲ। ਔਰ ਬਹੁਤ ਵੱਡੀ ਆਰਬਲਾ ਹੈ ਮੀਆਂ ਦੌਲਾ ਜੀ ਦੀ, ਕਿਉਂਕਿ 6ਵੇਂ ਪਾਤਸ਼ਾਹ ਦੇ ਵੇਲੇ ਤੋਂ ਸਤਿਗੁਰਾਂ ਦੇ ਮੁਰੀਦ ਹਨ, ਗੁਰੂ ਕੇ ਪਿਆਰੇ ਹਨ। ਇਹਨਾਂ ਦੀ ਉਮਰ ਜਿਹੜੀ ਹੈ ਉਹ ਕਾਫੀ ਵੱਡੀ ਹੈ। ਸਰਬ ਸਿੱਧ ਧਰਤਾ ਸਭ ਕਾਲ। ਔਰ ਸਾਰੇ ਕਹਿਣ ਲੱਗੇ ਮਹਾਰਾਜਿਆਂ ਦੇ ਚਰਨਾਂ 'ਚ ਇਉਂ ਬੇਨਤੀ ਕਰਦੇ ਹਨ। ਮੀਆਂ ਦੌਲਾ ਜੀ ਭਾਵਨਾ ਹੈ ਸਤਿਗੁਰਾਂ ਦੇ ਪ੍ਰਤੀ। 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਮੁਰੀਦ ਹਨ ਔਰ ਕਲਗੀਧਰ ਪਿਤਾ ਸੁਆਮੀ ਸਤਿਗੁਰਾਂ ਨੂੰ ਯਾਦ ਕਰਦੇ ਮਨ ਦੇ ਵਿੱਚ ਵਿਚਾਰ ਆਈ ਕਿ ਗੁਰੂ ਸਾਹਿਬ ਜੀ ਨੇ ਸਾਡੇ ਵੱਲ ਨਹੀਂ ਹੁਕਮਨਾਮਾ ਭੇਜਿਆ, ਸਾਨੂੰ ਸਤਿਗੁਰਾਂ ਨੇ ਯਾਦ ਹੀ ਨਹੀਂ ਕੀਤਾ ਹੈ। ਜਬ ਗੁਜਰਾਤ ਹੁਕਮ ਗੁਰ ਗਇਓ। ਜਦੋਂ ਗੁਜਰਾਤ ਵਿਖੇ ਮਹਾਰਾਜਿਆਂ ਦਾ ਹੁਕਮ ਗਿਆ ਹੈ, ਸਿੱਖ ਲੋਕਨ ਤੇ ਦਿਨ ਸੁਣ ਲਿਓ। ਔਰ ਮਹਾਰਾਜਿਆਂ ਦੇ ਇਹ ਬਚਨ ਜਿਹੜੇ ਸਨ, ਜਿਵੇਂ ਜਿਵੇਂ ਹੁਕਮਨਾਮੇ ਪਹੁੰਚੇ ਦੂਰ ਦੁਰਾਡੇ, ਮੀਆਂ ਦੌਲਾ ਜੀ ਨੂੰ ਵੀ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਇਸ ਨਗਰ ਗੁਜਰਾਤ ਵਿੱਚ ਵੀ ਆਏ ਹਨ। ਬਹੁਤ ਬਸੂਰਤ ਉਰ ਕੇ ਮਾਹੀ। ਮੀਆਂ ਦੌਲਾ ਜੀ ਝੂਰਦੇ ਹਨ ਅੰਦਰੋਂ ਅੰਦਰ, ਬੜੇ ਨਿਰਾਸ਼ ਹੋਏ ਹਨ। ਹਮ ਪਰ ਹੁਕਮ ਲਿਖਿਓ ਗੁਰ ਨਾਹੀ। ਕਿ ਸਤਿਗੁਰੂ ਜੀ ਨੇ ਸਾਨੂੰ ਹੁਕਮਨਾਮਾ ਹੀ ਨਹੀਂ ਭੇਜਿਆ, ਮਹਾਰਾਜਿਆਂ ਨੇ ਸਾਨੂੰ ਯਾਦ ਨਹੀਂ ਕੀਤਾ ਹੈ। ਤਨ ਮਨ ਤੇ ਮੈਂ ਹਾਂ ਸਿੱਖ ਗੁਰ ਕੋ। ਮੈਂ ਵੀ ਤਾਂ ਸਤਿਗੁਰਾਂ ਦਾ ਸਿੱਖ ਹਾਂ, ਤਨੋ ਮਨੋ ਗੁਰੂ ਕਾ ਸਿੱਖ ਹਾਂ। ਨਹੀਂ ਅਪਰ ਆਸ਼ਾ ਮਮ ਗੁਰ ਕੋ। ਮੇਰੇ ਅੰਦਰ ਹੋਰ ਕੋਈ ਆਸ਼ਾ ਨਹੀਂ ਹੈ, ਕੇਵਲ ਸਤਿਗੁਰਾਂ ਦਾ ਸੁੰਦਰ ਸਵਰੂਪ ਆਪਣੇ ਹਿਰਦੇ ਅੰਦਰ ਵਸਾਇਆ ਹੋਇਆ। ਔਰ ਸਤਿਗੁਰੂ ਜੀ ਕਹਿੰਦੇ ਹੋਰ ਤਾਂ ਕੋਈ ਮਨ ਵਿੱਚ, ਮੀਆਂ ਦੌਲਾ ਜੀ ਕਹਿੰਦੇ ਮੇਰੇ ਆਸ ਨਹੀਂ ਹੈ। ਬਹੁਤ ਵਿਚਾਰਤ ਉਰ ਪਛਤਾਇਓ। ਕਈ ਵਾਰ ਵਿਚਾਰ ਕੀਤੀ ਕਿ ਗੁਰੂ ਸਾਹਿਬ ਜੀ ਨੇ ਮੇਰੇ ਵੱਲ ਹੁਕਮਨਾਮਾ ਕਿਉਂ ਨਹੀਂ ਭੇਜਿਆ। ਮਨ ਹੀ ਮਨ ਹਿਰਦੇ ਅੰਦਰੋਂ ਪਛਤਾਵਾ ਵੀ ਕਰਦੇ ਹਨ। ਸੋ ਤੋਲਾ ਕੁੰਦਨ ਸ਼ੁਭ ਲਿਆਇਓ। ਇਹਨੇ ਵੀ 100 ਤੋਲਾ ਜਿਹੜਾ ਸੀ ਉਹ ਸੁੱਧ ਸੋਨੇ ਦਾ ਇਕੱਤਰ ਕੀਤਾ ਹੈ। ਸ੍ਰੀ ਸਤਿਗੁਰੂ ਹਜ਼ੂਰ ਪਠਾਇਓ। ਔਰ ਸਤਿਗੁਰਾਂ ਦੇ ਹਜ਼ੂਰ ਭੇਜਿਆ ਹੈ ਮੀਆਂ ਦੌਲਾ ਜੀ ਨੇ
100 ਤੋਲਾ ਸੋਨਾ ਇਕੱਠਾ ਕਰਕੇ ਬਿਨਤੀ ਲਿਖੀ ਨਾ ਮੈਂ ਚਿਤ ਆਇਓ। ਇੱਕ ਬੇਨਤੀ ਪੱਤਰ ਵੀ ਲਿਖਿਆ ਹੈ ਮੀਆਂ ਦੌਲਾ ਜੀ ਨੇ ਕਿ ਸਤਿਗੁਰੂ ਜੀ ਅੱਜ ਆਪ ਜੀ ਨੇ ਮੈਨੂੰ ਯਾਦ ਨਹੀਂ ਕੀਤਾ ਕਿ ਮੈਂ ਆਪ ਜੀ ਦੇ ਚੇਤੇ ਨਹੀਂ ਆਇਆ। ਇਸ ਬਾਸੁਰ ਮੈਂ ਸਿਮਰੋ ਨਾਮ। ਦਿਨ ਰਾਤ ਸਤਿਗੁਰੂ ਜੀ ਮੈਂ ਤਾਂ ਤੁਹਾਡਾ ਹੀ ਨਾਮ ਸਿਮਰਦਾ ਹਾਂ। ਸਦਨ ਜ ਤੁਮ ਕੋ ਸਦਾ ਗੁਲਾਮ। ਮਹਾਰਾਜ ਮੈਂ ਤਾਂ ਆਪ ਜੀ ਦੇ ਦਰ ਘਰ ਦਾ ਗੁਲਾਮ ਹਾਂ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ। ਮਹਾਰਾਜ ਮੈਂ ਤਾਂ ਤੇਰੇ ਘਰ ਦਾ ਗੁਲਾਮ ਹਾਂ। ਗੋਲਾ ਉਹ ਹੁੰਦਾ ਜਿਹਦੀ ਕੋਈ ਆਪਣੀ ਮਰਜ਼ੀ ਨਹੀਂ ਹੁੰਦੀ। ਨੌਕਰ ਆਪਣੀ ਮਨ ਮਰਜ਼ੀ ਕਰ ਸਕਦਾ ਹੈ, ਪਰ ਜਿਹੜਾ ਗੋਲਾ ਹੈ ਉਹ ਆਪਣੇ ਮਾਲਕ ਦੇ ਆਪਣੇ ਇਸ਼ਟ ਦੇਵ ਦੇ ਹੁਕਮ ਵਿੱਚ ਖੜਾ ਹੈ। ਜਦੋਂ ਉਹਦਾ ਪਿਆਰਾ ਹੁਕਮ ਕਰਦਾ ਖਿੜੇ ਮੱਥੇ ਉਹ ਪ੍ਰਵਾਨ ਕਰਦਾ ਹੈ। ਸੇਵਾ ਸਮੈ ਮੋਹਿ ਚਿਤ ਕਰੀਐ। ਸਤਿਗੁਰੂ ਜੀ ਆਪ ਜੀ ਨੇ ਮੈਨੂੰ ਯਾਦ ਹੀ ਨਹੀਂ ਕੀਤਾ। ਜਦੋਂ ਕੋਈ ਕੰਮ ਹੋਵੇ ਸੇਵਾ ਦੇ ਸਮੇਂ ਮੈਨੂੰ ਚੇਤੇ ਕਰਨਾ ਹੈ। ਆਪਣੋ ਦਾਸਨ ਦਾਸ ਵਿਚਰੀਐ। ਸਤਿਗੁਰੂ ਜੀ ਮੈਨੂੰ ਆਪਣਾ ਦਾਸ ਜਾਣਨਾ ਕਰੋ। ਮੈਂ ਤਾਂ ਆਪ ਜੀ ਦੇ ਦਾਸਾਂ ਦਾ ਵੀ ਦਾਸ ਹਾਂ। ਤਿਸ ਕੋ ਕੁੰਦਨ ਲੈ ਪਟ ਪਰਸੀ। ਔਰ ਇਹ ਜਿਹੜੀ ਅਰਜੀ ਹੈ ਮੀਆਂ ਦੌਲਾ ਜੀ ਨੇ ਜਿੱਥੇ ਸੁੱਧ ਸੋਨਾ ਲੈ ਕਰਕੇ ਖਰੀਦ ਕੇ ਭੇਜਿਆ ਹੈ, ਉਹਦੇ ਵਿੱਚ ਇੱਕ ਚਿੱਠੀ ਵੀ ਲਿਖ ਕੇ ਭੇਜੀ ਹੈ। ਭਏ ਪ੍ਰਸੰਨ ਅਦਿਕ ਉਰ ਗੁਰ ਜੀ। ਸਤਿਗੁਰਾਂ ਦੇ ਪਾਸ ਜਦੋਂ ਇਹ ਚਿੱਠੀ ਆਈ ਮਹਾਰਾਜ ਜੀ ਬੜੇ ਖੁਸ਼ ਹੋਏ ਹਨ। ਦੌਲਾ ਸ਼ਾਹ ਸੋ ਮੌਲਾ ਪਿਆਰੋ। ਦੌਲਾ ਸ਼ਾਹ ਸਾਡਾ ਪਿਆਰਾ ਮੌਲਾ ਹੈ, ਸਾਡਾ ਮੌਲਾ ਹੈ। ਪਰ ਉਪਕਾਰ ਸਦਾ ਉਰ ਧਾਰੋ। ਉਹਦਾ ਜੀਵਨ ਜਿਹੜਾ ਹੈ ਸਦਾ ਹੀ ਪਰਉਪਕਾਰੀ ਹੈ। ਹਿਰਦੇ ਅੰਦਰ ਪਰਉਪਕਾਰੀ ਬਿਰਤੀ ਉਹਨੇ ਧਾਰਨ ਕੀਤੀ ਹੈ। ਸਭ ਜੀਵਨ ਕੇ ਹਿਤ ਕੋ ਕਰਤਾ। ਔਰ ਸਾਰੇ ਜੀਵਾਂ ਦੇ ਹਿੱਤ ਵਾਸਤੇ ਸੁਆਮੀ ਮਾਲਕ ਜੋ ਜੀਵ ਮਾਲਕ ਨੇ ਪੈਦਾ ਕੀਤੇ ਹਨ ਸਭਨਾਂ ਨੂੰ ਰਿਜ਼ਕ ਪਹੁੰਚਾਉਣਾ, ਸਭਨਾਂ ਦੀ ਪ੍ਰਤੀਏਕ ਦੀ ਪਾਲਣਾ ਕਰਨੀ ਇਹ ਪਰਮੇਸ਼ਰ ਦਾ ਬਿਰਦ ਹੈ। ਦੇਖ ਦੁਖੀਨ ਦਇਆ ਦਿਨ ਧਰਤਾ। ਔਰ ਜਿਹੜਾ ਕੋਈ ਦੁਖੀ ਹੈ ਉਹਦੇ ਪ੍ਰਤੀ ਹਿਰਦੇ ਅੰਦਰ ਦਇਆ ਧਾਰਨ ਕਰਨੀ। ਰਹਿ ਨਿਮਾਨੋ ਅਹੈ ਮਹਾਨੋ। ਔਰ ਜਿਹੜਾ ਨਿਮਾਣਾ ਰਹਿੰਦਾ ਹੈ ਉਹਦੀ ਕਦੇ ਹਾਨੀ ਨਹੀਂ ਹੁੰਦੀ। ਰਹਿਓ ਟਿਕਾਨੋ ਆਨੰਦ ਥਨ। ਔਰ ਉਹਨੇ ਉਹ ਸੱਚ ਰੂਪੀ ਟਿਕਾਣਾ ਜਿਹੜਾ ਹੈ ਉਹ ਪ੍ਰਾਪਤ ਕੀਤਾ ਹੈ। ਔਰ ਆਨੰਦ ਜਿਹੜਾ ਥਾਂ ਹੈ ਉਹਦਾ ਸੁਖ ਮਾਣਿਆ ਹੈ। ਇਮ ਸ੍ਰੀ ਮੁਖ ਤੇ ਮਹਿਮਾ ਗਾਈ। ਇਸ ਤਰ੍ਹਾਂ ਮਹਾਰਾਜ ਜੀਆਂ ਨੇ ਮੀਆਂ ਦੌਲਾ ਜੀ ਦੇ ਪਰਥਾਏ ਪਾਵਨ ਮੁਖ ਤੋਂ ਮਹਿਮਾ ਗਾਈ ਹੈ। ਨਿਜ ਭਗਤਨ ਕੋ ਦੇ ਵਡਿਆਈ। ਔਰ ਆਪਣੇ ਭਗਤਾਂ ਨੂੰ ਸਤਿਗੁਰੂ ਜੀ ਵਡਿਆਈ ਦਿੰਦੇ ਹਨ। ਭਗਤਾਂ ਕਾ ਅੰਗੀਕਾਰ ਕਰੇ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਐਸੀ ਵੱਡੀ ਵਡਿਆਈ ਜਿਹੜੀ ਹੈ ਪਰਮੇਸ਼ਰ ਆਪਣੇ ਭਗਤਾਂ ਨੂੰ ਦਿੰਦਾ ਹੈ। ਜਹਾਂ ਜਹਾਂ ਪ੍ਰਭ ਹੁਕਮ ਪਠਾਇਓ। ਜਿੱਥੇ ਜਿੱਥੇ ਵੀ ਗੁਰੂ ਸਾਹਿਬ ਜੀ ਦੇ ਵੱਲੋਂ ਹੁਕਮਨਾਮੇ ਗਏ ਹਨ ਸਰਬ ਥਾਨ ਤੇ ਕੁੰਦਨ ਆਇਓ। ਸਾਰੀਆਂ ਥਾਵਾਂ ਤੋਂ ਸੁੱਧ ਸੋਨਾ ਜਿਹੜਾ ਹੈ ਉਹੀ ਆਇਆ ਹੈ। ਪੂਰਨ ਹੋਇਓ ਏਕ ਖਜ਼ਾਨਾ। ਇੱਕ ਖਜ਼ਾਨਾ ਜਿਹੜਾ ਹੈ ਉਹ ਨੱਕੋ ਨੱਕ ਭਰ ਗਿਆ ਹੈ। ਗਿਣਤੀ ਜਿਸ ਕੀ ਜਾਏ ਨ ਜਾਣਾ। ਕਿੰਨੀਆਂ ਕੁ ਵਸਤੂਆਂ ਹਨ, ਭੰਡਾਰੇ ਕਿੰਨੇ ਕੁ ਹਨ, ਇਹਨਾਂ ਦੀ ਗਿਣਤੀ ਜਿਹੜੀ ਹੈ ਜਾਣ ਤੋਂ ਪਰੇ ਹੈ, ਕੋਈ ਨਹੀਂ ਜਾਣ ਸਕਦਾ। ਇਹ ਮਾਇਆ ਕੋ ਕੀਨ ਚਲਿਤਰਾ। ਪਰਮੇਸ਼ਰ ਨੇ ਇੱਕ ਕੌਤਕ ਵਰਤਾਇਆ ਹੈ। ਮਾਇਆ ਦਾ ਚਲਿੱਤਰ ਜਿਹੜੀ ਕਿ ਸਭਨਾਂ ਨੂੰ ਭਰਮਾ ਦਿੰਦੀ ਹੈ, ਪਰ ਰੱਬ ਦੇ ਪਿਆਰੇ ਜਿਹੜੇ ਹਨ
ਉਹ ਐਸੀ ਕਲਾ ਵਰਤਦੀ ਹੈ ਸਤਿਗੁਰਾਂ ਦੇ ਦਰ ਘਰ ਦੀ। ਨਿਜ ਸੰਗਤ ਕੋ ਕੀਓ ਪਵਿੱਤਰਾ। ਔਰ ਸਤਿਗੁਰਾਂ ਨੇ ਹੁਕਮਨਾਮੇ ਭੇਜ ਕਰਕੇ ਸੇਵਾ ਲਈ ਔਰ ਆਪਣੀ ਸੰਗਤ ਦੇ ਜੀਵਨ ਨੂੰ ਪਵਿੱਤਰ ਕੀਤਾ ਹੈ ਸਤਿਗੁਰਾਂ ਨੇ। ਜਬ ਤੇ ਕੋਸ਼ ਵਿਖੇ ਤਰਵਾਇਸ। ਜਿੰਨਾ ਖਜ਼ਾਨਾ ਆਇਆ ਹੈ, ਜਿੰਨਾ ਸੋਨਾ ਆਇਆ ਹੈ, ਭੇਟਾਵਾਂ ਮਹਾਰਾਜਿਆਂ ਨੇ ਤੋਸ਼ੇ ਖਾਨੇ ਵਿੱਚ ਰਖਾਈਆਂ ਹਨ। ਹੁਣ ਗੁਰ ਉਰਚਿਤਾ ਨਹਿ ਆਇਸ। ਹੁਣ ਮਹਾਰਾਜਿਆਂ ਦੀ ਕਿਰਪਾ ਦੇ ਦੁਆਰਾ ਦੂਰੋਂ ਦੁਰਾਡਿਓਂ ਬਹੁਤ ਸਾਰਾ ਧਨ ਜਿਹੜਾ ਹੈ ਉਹ ਇਕੱਤਰ ਹੋਇਆ ਹੈ। ਕੋਸ਼ ਵਿਖੇ ਕੋਸ਼ਪਤਿ ਲੀਨ। ਕੋਸ਼ਪਤੀ ਜਿਹੜਾ ਖਜ਼ਾਨਚੀ ਹੈ ਉਹਨੇ ਸਾਰੀਆਂ ਵਸਤੂਆਂ ਖਜ਼ਾਨੇ ਵਿੱਚ ਰੱਖ ਲਈਆਂ ਹਨ। ਨੈ ਕਿਛ ਕੀਨ ਨ ਕਿਸ ਕੋ ਦੀਨ। ਔਰ ਨਾ ਹੀ ਉਹਨਾਂ ਵਸਤੂਆਂ ਦਾ ਕੁਝ ਕੀਤਾ ਹੈ, ਨਾ ਹੀ ਕਿਸੇ ਨੂੰ ਦਿੱਤੀਆਂ ਹਨ। ਭਈ ਇਕੱਤਰ ਲਖਮੀ ਭਾਰੀ। ਔਰ ਬਹੁ ਭਾਰੀ ਗਿਣਤੀ ਦੇ ਵਿੱਚ ਲక్ష్ਮੀ ਮਾਇਆ ਇਕੱਠੀ ਹੋਈ ਹੈ। ਨਹਿ ਤਿਸ ਤੇ ਕੁਛ ਕਾਰ ਸੁਧਾਰੀ। ਮਹਾਰਾਜਿਆਂ ਨੇ ਖਰਚ ਨਹੀਂ ਕੀਤੀ, ਕਿਤੇ ਨਹੀਂ ਵਰਤੀ ਹੈ ਜਿੰਨੀ ਮਾਇਆ ਆਈ ਹੈ ਸੰਗਤਾਂ ਦੇ ਵੱਲੋਂ। ਦਸਵੰਧ ਦੀ ਮਾਇਆ ਗੁਰੂ ਸਾਹਿਬ ਜੀ ਨੇ ਕਿਤੇ ਵੀ ਖਰਚ ਨਹੀਂ ਕੀਤੀ। ਚਰਜ ਲੀਲਾ ਸਤਿਗੁਰ ਕਰੈ। ਸਤਿਗੁਰੂ ਜੀ ਅਚਰਜ ਲੀਲਾ ਕਰਦੇ ਹਨ। ਨਹਿ ਕਿਸ ਕੇ ਮਨ ਜਾਨੀ ਪਾਏ। ਔਰ ਕਿਸੇ ਦੇ ਮਨ ਵਿੱਚ ਜਾਣਨ ਦੀ ਸਮਰੱਥਾ ਨਹੀਂ ਹੈ ਕਿ ਸਤਿਗੁਰੂ ਜੀ ਅੱਗੇ ਕੀ ਕਰਨਾ ਚਾਹੁੰਦੇ ਹਨ। ਐਸਾ ਕੋਈ ਸਮਰੱਥ ਹੋਵੇ ਜਿਹੜਾ ਮਹਾਰਾਜਿਆਂ ਦੇ ਵਰਗਾ ਹੋਵੇ, ਜਿਹੜਾ ਜਾਣ ਲਵੇ। ਪਰ ਸਤਿਗੁਰੂ ਜੀ ਕੇਵਲ ਆਪ ਹਨ। ਮਹਾਰਾਜਿਆਂ ਦੇ ਵਰਗਾ ਕੋਈ ਨਹੀਂ ਹੋ ਸਕਦਾ, ਨਾ ਹੀ ਹੋਣਾ ਹੈ। ਸ੍ਰੀ ਹਰਿ ਰਾਏ ਪਾਕ ਜੋ ਭਇਓ। ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜਿਆਂ ਨੇ ਬਚਨ ਕੀਤੇ ਸਨ। ਕੀਰਤਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਇੱਕ ਦਿਨ ਘੋੜੇ ਤੇ ਸਵਾਰ ਹੋਏ। 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਅਚਾਨਕ ਮਹਾਰਾਜ ਜੀ ਪਹਾੜੀ ਦੀ ਉੱਚੀ ਸਿਖਰਲੀ ਚੋਟੀ ਤੇ ਜਾ ਕਰਕੇ ਖੜੇ ਹੋਏ। ਸਤਿਗੁਰਾਂ ਦੇ ਪਿਆਰੇ ਮੁਰੀਦ ਗੁਰਸਿੱਖ ਪਿੱਛੇ ਪਿੱਛੇ ਘੋੜ ਸਵਾਰ ਫੌਜਾਂ ਮਹਾਰਾਜਿਆਂ ਦੇ ਪਹੁੰਚੀਆਂ ਹਨ। ਸਤਿਗੁਰੂ ਜੀ ਇੱਕ ਟਿਕ ਚੰਦਰਮਾ ਵੱਲ ਮਹਾਰਾਜ ਜੀ ਦੇਖਦੇ ਹਨ। ਸ੍ਰੀ ਨਾਨਕ ਜਹਾਜ਼ ਫਟ ਗਇਓ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇਖਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦਾ ਬਣਾਇਆ ਹੋਇਆ ਜੋ ਜਹਾਜ਼ ਹੈ, ਸਤਿਗੁਰਾਂ ਨੇ ਗੁਰਸਿੱਖੀ ਦਾ ਜਹਾਜ਼ ਤਿਆਰ ਕੀਤਾ ਹੈ। ਔਰ ਇਹ ਜਿਹੜਾ ਜਹਾਜ਼ ਸੀ ਮਹਾਰਾਜਿਆਂ ਨੇ ਦੇਖਿਆ ਕਿ ਬਿਖਰਦਾ ਜਾ ਰਿਹਾ ਹੈ, ਖਿੰਡਦਾ ਜਾ ਰਿਹਾ ਹੈ। ਜਦੋਂ ਮਸੰਦ ਜਿਹੜੇ ਸਨ ਅਤਿਆਚਾਰੀ ਹੋ ਗਏ, ਦੁਰਾਚਾਰੀ ਹੋ ਗਏ, ਉਹਨਾਂ ਦੇ ਜੀਵਨ ਦੇ ਵਿੱਚ ਭਾਰੀ ਗਿਰਾਵਟ ਆ ਗਈ। ਜਦੋਂ ਮਸੰਦਾਂ ਦੇ ਅੰਤਰਜਾਮੀ ਸਤਿਗੁਰਾਂ ਨੇ ਦੇਖਿਆ ਕਿ ਇਹ ਜਿਹੜਾ ਜਹਾਜ਼ ਹੈ ਸਤਿਗੁਰਾਂ ਦਾ ਬਣਾਇਆ ਹੋਇਆ, ਇਹ ਤਾਂ ਬਿਖਰਦਾ ਜਾ ਰਿਹਾ ਹੈ। ਇਹ ਸਤਿਗੁਰਾਂ ਦੇ ਬਚਨ ਸਨ। ਫਿਰ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਜਹਾਜ਼ ਜਿਹੜਾ ਹੈ ਹੁਣ ਤਾਂ ਬਿਖਰਦਾ ਜਾ ਰਿਹਾ ਹੈ, ਫਿਰ ਇਕੱਠਾ ਕਿਵੇਂ ਹੋਏਗਾ? ਸਤਿਗੁਰੂ ਜੀ ਕਹਿੰਦੇ 10ਵੇਂ ਜਾਮੇ ਦੇ ਵਿੱਚ ਆ ਕਰਕੇ ਇਸ ਜਹਾਜ਼ ਨੂੰ ਫਿਰ ਦੁਬਾਰਾ ਇਕੱਠਾ ਕਰਾਂਗੇ। ਪੰਥ ਖਾਲਸਾ ਉਪਜਨ ਕੀਓ। ਖਾਲਸਾ ਪੰਥ ਪ੍ਰਗਟ ਹੋਇਆ ਹੈ। ਸੋ ਜਹਾਜ਼ ਸਾਬਤ ਕਰ ਦਇਓ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਫਿਰ ਉਹਨਾਂ ਮਸੰਦਾਂ ਨੂੰ ਸਜ਼ਾ ਦਿੱਤੀ। ਖਾਲਸਾ ਪੰਥ ਦੀ ਸਿਰਜਣਾ ਹੋਈ। ਔਰ ਇਹ ਜਿਹੜਾ ਜਹਾਜ਼ ਸੀ ਫਿਰ ਕਲਗੀਧਰ ਪਿਤਾ ਸੁਆਮੀ ਜੀ ਨੇ ਸਾਬਤ ਕਰ ਦਿੱਤਾ ਹੈ। ਟੂਟੇ ਫੂਟੇ ਬਹੁ ਫਟ ਗਏ। ਜਿਹੜੇ ਟੁੱਟੇ ਸਨ ਉਹ ਫੁੱਟ ਗਏ ਤੇ ਫਟ ਗਏ ਹਨ। ਤੇਜ ਪੰਥ ਕੋ ਬਿਖ ਇੱਕ ਭਏ। ਮਹਾਰਾਜਿਆਂ ਨੇ ਦੇਖਿਆ ਕਿ ਜਿਹੜਾ ਬਿਖਰਿਆ ਹੋਇਆ ਜਹਾਜ਼ ਸੀ ਹੁਣ ਇੱਕ ਥਾਂ ਤੇ ਸਾਰਾ ਇਕੱਠਾ ਕਰ ਦਿੱਤਾ ਹੈ ਸਤਿਗੁਰਾਂ ਨੇ। ਯੋ ਸਤਿਗੁਰ ਸਭ ਕਾਜ ਸਵਾਰੇ।
ਇਸ ਤਰ੍ਹਾਂ ਸਤਿਗੁਰੂ ਜੀ ਸਾਰੇ ਕਾਰਜ ਆਪ ਸਵਾਰਦੇ ਹਨ। ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ, ਸੂਖ ਮੰਗਲ ਕਲਿਆਣ ਵਿਚਾਰਿਆ। ਇਉਂ ਸਤਿਗੁਰਾਂ ਦੀ ਕਿਰਪਾ ਦੇ ਦੁਆਰਾ ਕਲਗੀਧਰ ਸੁਆਮੀ ਸਤਿਗੁਰਾਂ ਨੇ ਬਿਖਰਦਾ ਹੋਇਆ ਜਹਾਜ਼ ਫੇਰ ਮੁੜ ਇਕੱਠਾ ਕਰ ਲਿਆ ਹੈ। ਮਹਾ ਬਿਗਨ ਤੇ ਦਾਸ ਉਦਾਰੇ। ਔਰ ਮਹਾ ਬਿਖਮ ਪੈਂਡੇ ਦੇ ਵਿੱਚੋਂ ਕਲਗੀਧਰ ਪਿਤਾ ਨੇ ਆਪਣੇ ਸੇਵਕਾਂ ਨੂੰ, ਆਪਣੇ ਦਾਸਾਂ ਨੂੰ ਤਾਰਿਆ ਹੈ। ਗੁਰਮਤਿ ਸਿੱਖੀ ਬਹੁ ਵਿਸਤਾਰੇ। ਗੁਰਸਿੱਖੀ ਦੇ ਅੰਦਰ ਗੁਰਮਤਿ ਮਹਾਰਾਜਿਆਂ ਨੇ ਵਿਸਥਾਰ ਕੀਤਾ ਹੈ ਗੁਰਮਤਿ ਦਾ। ਕਵ ਸੰਤੋਖ ਸਿੰਘ ਹੈ ਬਲਿਹਾਰੇ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਮੈਂ ਐਸੇ ਸਤਿਗੁਰਾਂ ਤੋਂ ਬਲਿਹਾਰ ਜਾਂਦਾ ਹਾਂ। ਦੋਹਰਾ ਕਲਗੀਧਰ ਸਤਿਗੁਰੂ ਕੀ, ਬਾਤ ਬਾਤ ਮੈਂ ਬਾਤ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੀ ਹਰ ਇੱਕ ਬਾਤ ਦੇ ਵਿੱਚ ਗੁੱਝੀ ਬਾਤ ਹੈ। ਬਾਤ ਬਾਤ ਮੈਂ ਬਾਤ। ਮਹਾਰਾਜ ਜੀ ਸਹਿਜ ਸੁਭਾਅ ਵੀ ਗੱਲ ਕਰਦੇ, ਉਹਦੇ ਵਿੱਚ ਗੁੱਝੀ ਰਮਜ ਹੈ। ਜਿਨ੍ਹਾਂ ਨੇ ਜਾਣੀ ਸਤਿਗੁਰਾਂ ਦੇ ਉਹਨਾਂ ਬਚਨਾਂ ਨੂੰ ਸੱਤ ਕਰਕੇ ਮੰਨਿਆ। ਆਗਿਆ ਫਿਰ ਕੀ ਮਿੱਠੀ ਲੱਗੀ। ਸਤਿਗੁਰਾਂ ਦੀ ਆਗਿਆ ਜਿਨ੍ਹਾਂ ਦੇ ਮਨ ਨੂੰ ਭਾ ਗਈ, ਮਿੱਠੀ ਲੱਗੀ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਚਨ ਕਰਦੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ। ਕਿਉਂਕਿ ਜਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਜਾਣਦੇ ਜਾਂ ਸਤਿਗੁਰੂ ਜੀ ਜਾਣਦੇ, ਕਿਉਂਕਿ ਮਹਾਰਾਜ ਜੀਆਂ ਦੀ ਰਮਜ ਦੇ ਵਿੱਚ ਗੁੱਝਾ ਭੇਦ ਜਿਹੜਾ ਹੈ ਉਹ ਛੁਪਿਆ ਹੋਇਆ। ਜੇ ਸਤਿਗੁਰੂ ਜੀ ਕਹਿੰਦੇ ਭਾਈ ਲੋਟਾ ਕੱਢ ਕੇ ਲਿਆਓ ਪਾਣੀ ਦੇ ਵਿੱਚੋਂ, ਚਿੱਕੜ ਦੇ ਵਿੱਚੋਂ ਆ ਲੋਟਾ ਕੱਢੋ। ਬਾਬਾ ਸ਼੍ਰੀ ਚੰਦ ਜੀ ਕਹਿੰਦੇ ਮਹਾਰਾਜ ਕਿੰਨੇ ਲੋਟੇ ਨੇ ਆਪਣੇ ਘਰ ਦੇ ਵਿੱਚ, ਥੋੜ੍ਹੇ ਭਾਂਡੇ ਨੇ, ਹਜ਼ਾਰਾਂ ਹੀ ਭਾਂਡੇ ਬਰਤਨ ਜਿਹੜੇ ਘਰ ਦੇ ਵਿੱਚ ਪਏ, ਇੱਕ ਲੋਟਾ ਹੀ ਤਾਂ ਹੈ ਜਿਹੜਾ ਪਾਣੀ ਵਿੱਚ ਗਿਰ ਗਿਆ। ਬਾਬਾ ਲਖਮੀ ਦਾਸ ਵੀ ਇਸੇ ਤਰ੍ਹਾਂ ਹੀ ਕਹਿੰਦੇ। ਭਾਈ ਲਹਿਣਾ ਜੀ ਨੂੰ ਇਸ਼ਾਰਾ ਹੋਇਆ, ਦੌੜ ਕੇ ਵੜ ਗਏ ਚਿੱਕੜ ਦੇ ਵਿੱਚ, ਲੋਟਾ ਕੱਢ ਕੇ ਲਿਆਏ। ਬਾਬਾ ਸ਼੍ਰੀ ਚੰਦ ਜੀ ਕਹਿੰਦੇ ਕੀ ਲੋੜ ਸੀ, ਕਿੰਨੇ ਭਾਂਡੇ ਨੇ ਆਪਣੇ ਘਰੇ, ਬਰਤਨਾਂ ਦੀ ਕੋਈ ਕਮੀ ਹੈ? ਬਹੁ ਮੁੱਲੀਆਂ ਭੇਟਾਵਾਂ ਸੰਗਤਾਂ ਲੈ ਕੇ ਆਉਂਦੀਆਂ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਭਾਈ ਗੱਲ ਲੋਟੇ ਦੀ ਨਹੀਂ ਹੈ, ਇੱਥੇ ਤਾਂ ਮਹਾਰਾਜ ਜੀਆਂ ਦੀ ਰਮਜ ਹੈ। ਇਹਦੇ ਵਿੱਚ ਸਤਿਗੁਰਾਂ ਦਾ ਗੁੱਝਾ ਭੇਦ ਹੈ। ਸਤਿਗੁਰੂ ਜੀ ਕੀ ਕਹਿਣਾ ਚਾਹੁੰਦੇ ਹਨ? ਮਹਾਰਾਜ ਜੀਆਂ ਦਾ ਹੁਕਮ, ਸਤਿਗੁਰਾਂ ਦੀ ਆਗਿਆ ਗੁਰਸਿੱਖ ਨੂੰ ਮਿੱਠੀ ਲੱਗਦੀ ਹੈ। ਮਹਾਰਾਜ ਜੀਆਂ ਦੇ ਬਚਨ ਵਿੱਚ ਰਹਿਣਾ, ਸਤਿਗੁਰਾਂ ਦੀ ਆਗਿਆ ਵਿੱਚ ਰਹਿਣਾ। ਕਲਗੀਧਰ ਪਿਤਾ ਸਤਿਗੁਰਾਂ ਦੀ ਹਰ ਇੱਕ ਗੱਲ ਦੇ ਵਿੱਚ ਗੁੱਝਾ ਭੇਦ ਹੈ, ਛੁਪਿਆ ਹੋਇਆ। ਔਰ ਸਤਿਗੁਰੂ ਦੇ ਇਸ ਭੇਦ ਨੂੰ ਮਹਾਰਾਜ ਜੀਆਂ ਦੇ ਪਿਆਰਿਆਂ ਨੇ ਜਾਣਿਆ, ਰਮਜ ਨੂੰ ਸਤਿਗੁਰਾਂ ਦੇ ਪਿਆਰਿਆਂ ਨੇ ਸਮਝਿਆ ਹੈ। ਜੋ ਸਾਧੇ ਸਿੱਧ ਹੋਤ ਤਿਸ, ਨਿਸ਼ਕਲੰਕ ਜਿਮ ਧਾਤ। ਜਿਹੜਾ ਮਹਾਰਾਜ ਜੀਆਂ ਦੇ ਬਚਨਾਂ ਨੂੰ ਮਿੱਠਾ ਕਰਕੇ ਮੰਨਦਾ ਹੈ, ਜਿਨ੍ਹਾਂ ਨੂੰ ਸਮਝ ਆ ਗਈ, ਉਹਨਾਂ ਦੇ ਸਿਰ ਤੋਂ ਕਾਲ ਦੀ ਫਾਹੀ ਜਿਹੜੀ ਹੈ ਉਹ ਕੱਟੀ ਗਈ। ਨਿਸ਼ਕਲੰਕ, ਕਲੰਕ ਰਹਿਤ ਉਹਦਾ ਜੀਵਨ ਹੋ ਗਿਆ। ਜਿਨ੍ਹਾਂ ਨੇ ਮਹਾਰਾਜ ਜੀਆਂ ਦੇ ਗੁੱਝੇ ਭੇਦ ਨੂੰ ਜਾਣ ਲਿਆ, ਸਤਿਗੁਰਾਂ ਦੇ ਹੁਕਮ ਵਿੱਚ ਰਹਿਣ ਦੀ ਯੋਗਤਾ ਆ ਗਈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਪਰਮੇਸ਼ਰ ਦਾ ਹੁਕਮ ਹੈ, ਉਹਦੀ ਰਜਾ ਹੈ। ਔਰ ਜਿਹਨੂੰ ਰਜਾ ਦੀ ਸਮਝ ਆ ਜਾਂਦੀ ਹੈ, ਉਹਦਾ ਜੀਵਨ ਸੁਖਮਈ ਹੋ ਜਾਂਦਾ ਹੈ। ਅੱਗੇ ਸਤਿਗੁਰੂ ਜੀ ਜਿਵੇਂ ਕਲਾਮ ਤਾਰੇ, ਅਗਲੇ ਪ੍ਰਕਰਨ ਵਿੱਚ ਆਪਾਂ ਸਰਵਣ ਕਰਾਂਗੇ। ਮਹਾਨ ਉੱਤਮ ਜਸ ਜੋ ਸਰਵਣ ਕੀਤਾ ਹੈ, ਮਨ ਵਿੱਚ ਵਸਾਈਏ, ਹਿਰਦੇ ਅੰਦਰ ਧਾਰਨ ਕਰੀਏ। ਸਭਨਾਂ ਦੇ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਹੋਈਆਂ ਭੁੱਲਾਂ ਦੀ ਖਿਮਾ ਜੀ। ਬਹੁਤ ਜਨਮ ਵਿਛੁਰੇ ਥੇ ਮਾਧੋ, ਬਹੁਤ ਜਨਮ ਵਿਛੁਰੇ ਥੇ ਮਾਧੋ। ਜਨਮ ਵਿਛਰੇ ਥੇ ਮਾਧੋ, ਬਹੁਤ ਜਨਮ ਵਿਛਰੇ ਥੇ ਮਾਧੋ। ਇਹ ਜਨਮ ਤੁਮਾਰੇ ਲੇ
जन्म तुम्हारे लेखे। जन्म तुम्हारे लेखे, जन्म तुम्हारे लेखे। कह रविदास आस लग जीवा, कह रविदास आस लग जीवा। कह रविदास आस लग जीवा, कह रविदास आस लग जीवा। चिर भयो दर्शन देखे, चिर भयो दर्शन देखे। भयो दर्शन देखे, चिर भयो दर्शन देखे। सतनाम वाहेगुरु, सतनाम वाहेगुरु। 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 हे अच्युत हे पार ब्रह्म अविनाशी अगनाश। हे पूरन हे सर्वमय सुख भंजन गुणतास। हे संगी हे निरंकार। हे निर्गुण सब टेक। हे गोविंद हे गुण निधान। जागै सदा विवेक। हे अपरंपर हर हरे। मी होवनहार। हे संतां कै सदा संग। धारा आधार। हे ठाकुर हऊँ दासरो। निर्गुण गुण नहीं कोय। नानक दीजै नामदार। खोहिए परोय। आए प्रभ शरणागति। नित दयाल। एक अखर हर मन बसत। नानक होत निहाल। वाहेगुरु नाम जहाज है। देश उतरे पार। जो श्रद्धा कर सेवंदे। पार उतारन हार। सगल द्वार कौ छाड़ कै। तुहारो द्वार। बाहे गहे की लाज अस। गोविंद दास तुहार। सगल द्वार कौ छाड़ कै। तुहारो द्वार। बाहे गहे की लाज अस। गोविंद दास तुहार। वाहेगुरु जी का खालसा, वाहेगुरु जी की फतेह।